सतनाम। धन वाहिगुरु साहिब जी। नानक नाम निरंजन जानियो, कीनी भगत प्रेम लिव लाई। ताते अंगद अंग संग भयो सायर, तिन शब्द सुरत की नीव रखाई। गुर अमरदास की अकथ कथा है, एक जी कछ कही न जाई। सोडी श्रेष्ठ सकल तारण को, अब गुर रामदास को मिली बड़ाई। हम अवगुण भरे एक गुण नाहि, अमृत छाड़ बिख बिख खाई। माया मोह परम पै भूले, सुत दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास पाठ कीरत की, गुर रामदास राखो सरणाई। एक अरदास पाठ कीरत की, गुर रामदास राखो सरणाई। सगल द्वार को छाड़ के, गहियो तुहारो द्वार। बाहे गहे की लाज अस, गोविंद दास तुहार। बाहे गहे की लाज अस, गोविंद दास तुहार। चवर शवर तख्त दे मालक, हाजरा हजूर सर्व कला भरपूर। धन धन सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी दे अंदर आप सब संगत, सोढी सुल्तान गुरु गरीब निवाज धन धन सतगुरु श्री गुरु रामदास सच्चे पातशाह जी दे प्रकाश पुरब नूं मुख रखदिआं हाजरियां भर रहे हो खालसा जी। दास तो पहला आप सब संगत ने गुरबाणी दा रस भिन्ना कीर्तन सरवण किया है। सतगुरु गुरु रामदास सच्चे पातशाह ने रहमत अपार बख्शिश की है, जो कि एक विचार करन लई सुभागियां घड़ियां प्राप्त होईयां ने। विचार आरंभ करन तो पहला आओ एक बार सतगुरु गुरु ग्रंथ साहिब नूं नमस्कार करिए। मेरी बेनती है सतगुरु गुरु ग्रंथ साहिब नूं फतेह बुलाइए और सतगुरु गुरु रामदास सच्चे पातशाह दे चरनां विच अपनी सुरत जोड़िए। एक गल चेते रखियो, जे अज नीलो खेड़ी दी धरती ते सतगुरु गुरु रामदास जी दे प्रकाश पुरब नूं मुख रखदिआं आपां इस समागम विच हाजरीन हाँ, हाजरियां भर रहे हैं। ये ना समझियो कि गुरु रामदास जी किते साडे तो वख होणगे, नहीं, बल्कि धन धन रामदास गुर जिन सिरिया तिनै सवारिया। पूरी होई करामात आप सिरजनहारै धारिया। संसार दे जिस मर्जी कोने दे उपर कोई भी इंसान कोई भी व्यक्ति एक बार अपनी रसना तो धन गुरु रामदास कह दवे, सतगुरु गुरु रामदास उस व्यक्ति दे मोढे नाल मोढा ला के खड़े हो जाते ने ते उस व्यक्ति दियां सारियां
ਬਖਸ਼ਿਸ਼ਾਂ ਰਹਿਮਤਾਂ ਆਪਣੇ ਦਰੋਂ ਘਰੋਂ ਉਹਦੀ ਝੋਲੀ ਵਿੱਚ ਪਾ ਦਿੰਦੇ ਨੇ। ਸੋ ਇੰਨੀ ਕੇ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਫਤਿਹ ਬੁਲਾਇਓ ਕਿ ਸੱਚਮੁੱਚ ਅੱਜ ਅਸੀਂ ਇਸ ਪੰਡਾਲ ਦੇ ਵਿੱਚ ਬੈਠੇ ਗੁਰੂ ਰਾਮਦਾਸ ਨੂੰ ਮਹਿਸੂਸ ਕਰ ਸਕੀਏ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਓ, ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਮੁਖਵਾਕ ਨੇ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਜੋ ਅਕਾਲ ਪੁਰਖ ਵਾਹਿਗੁਰੂ, ਜੋ ਮਾਲਕ, ਜੋ ਖੁਦਾ ਵੱਡਾ ਹੈ ਨਾ, ਉਹਦੀ ਵਡਿਆਈ, ਉਹਦੀ ਸਿਫਤ ਜੇ ਮੈਂ ਆਪਣੀ ਰਸਨਾ ਤੋਂ ਕਹਿਣ ਦਾ ਯਤਨ ਵੀ ਕਰਾਂ ਤਾਂ ਵੀ ਉਸ ਪਰਮਾਤਮਾ ਦੀ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਮੁਕੰਮਲ ਵਡਿਆਈ ਮੈਂ ਆਪਣੀ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਸੱਚ ਹੈ ਖਾਲਸਾ ਜੀ, ਜਿਸ ਵਕਤ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਉੱਤੇ ਝਾਤ ਪਾਉਂਦੇ ਆ ਨਾ, ਗੁਰਬਾਣੀ ਦੀ ਇਸ ਪੰਕਤੀ ਦੀ ਸੰਪੂਰਨ ਵਿਆਖਿਆ ਦੀ ਝਲਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਮਿਲਦੀ ਹੈ। ਜਦੋਂ ਰਸਨਾ ਦੇ ਉੱਪਰੋਂ ਇੱਕ ਵਾਰ ਧੰਨ ਗੁਰੂ ਰਾਮਦਾਸ ਆਪਾਂ ਕਹਿੰਦੇ ਆ ਨਾ, ਕਿਤੇ ਪਿਆਰ ਨਾਲ ਇੱਕ ਵਾਰ ਸਾਰੇ ਕਹਿ ਕੇ ਵੇਖੋ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਜਦੋਂ ਰਸਨਾ ਤੋਂ ਇੱਕ ਵਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਧੰਨ ਵੀ ਕਹਿੰਦੇ ਆ ਤੇ ਕਹਿੰਦੇ ਇੱਕ ਵਾਰ ਅੰਦਰੋਂ ਰੂਹ ਵੀ ਕਹਿ ਬੈਠਦੀ ਹੈ ਕਿ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਕਿ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਕੋਈ ਆਮ ਵਿਅਕਤੀ ਨਹੀਂ, ਬਲਕਿ ਆਪ ਖੁਦ ਖੁਦਾ ਸੰਸਾਰ ਦੇ ਤਖਤੇ ਤੇ ਪ੍ਰਗਟ ਹੋ ਕੇ ਸੰਸਾਰ ਦੇ ਲੋਕਾਂ ਤੇ ਰਹਿਮਤਾਂ ਬਖਸ਼ਿਸ਼ਾਂ ਵਰਤਾ ਰਿਹਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਨਾਮ ਕੋਈ ਰਸਨਾ ਤੋਂ ਲਵੇ ਨਾ ਤੇ ਖਾਲਸਾ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਰੱਬੀ ਬਖਸ਼ਿਸ਼ਾਂ ਦਾ, ਰੱਬੀ ਕਰਾਮਾਤਾਂ ਦਾ ਮਾਲਕ ਬਣ ਜਾਂਦਾ ਹੈ। ਕਿਉਂਕਿ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਵਡਿਆਈ ਦੇ ਉੱਤੇ ਬਹੁਤ ਸੁੰਦਰ ਬਚਨ ਕਰਦੇ ਨੇ। ਗੁਰੂ ਰਾਮਦਾਸ ਆਮਤਾਂ ਉਲਵਰਾਂ ਜਹਾ ਬੀਨ ਇੱਕ ਮੀਲ ਸਿਦਕੋ ਸਫਾ। ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਨੂੰ ਇੱਕ ਵਾਰ ਚੇਤੇ ਕਰਕੇ ਵੇਖ, ਗੁਰੂ ਰਾਮਦਾਸ ਦਾ ਨਾਮ ਆਪਣੀ ਰਸਨਾ ਤੇ ਟਿਕਾ ਕੇ ਵੇਖ, ਕੁਝ ਮੰਗਣ ਦੀ ਲੋੜ ਹੀ ਨਹੀਂ ਪਵੇਗੀ। ਬਿਨਾਂ ਮੰਗਿਆ ਹੀ ਗੁਰੂ ਰਾਮਦਾਸ ਦੇ ਦਰ ਤੋਂ ਸਾਰਾ ਕੁਝ ਝੋਲੀ ਵਿੱਚ ਪੈ ਜਾਵੇਗਾ। ਕਿਉਂ? ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸ ਸ਼ਖਸੀਅਤ ਦਾ ਨਾਮ ਹੈ ਜਿਸ ਗੁਰੂ ਰਾਮਦਾਸ ਨੂੰ ਯਾਦ ਕਰ ਰਹੇ ਹਾਂ। ਭਾਈ ਨੰਦ ਲਾਲ ਸਾਹਿਬ ਕਹਿੰਦੇ, ਹਮ ਅਜ਼ ਸਲਤਨਤੇ ਹਮ ਅਜ਼ ਫਕਰਸ਼ ਫਰਾ ਗਿਰੀ ਮਾਇਆ ਤਰ ਅਫਸਰੇ ਅਫਸਰਾਂ। ਕਹਿੰਦੇ ਦੁਨੀਆ ਦੇ ਵਿੱਚ ਜਿਹੜੇ ਤਾਜਾਂ ਵਾਲੇ ਬਾਦਸ਼ਾਹ ਨੇ, ਬਾਦਸ਼ਾਹਾਂ ਦਾ ਬਾਦਸ਼ਾਹ ਵੀ ਹੋਏ ਤੇ ਕਹਿੰਦੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹੱਥ ਜੋੜ ਕੇ ਖੜਿਆ ਆਪਣੀ ਬਾਦਸ਼ਾਹੀ ਦੀ ਸਲਾਮਤੀ ਮੰਗਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਦਸ਼ਾਹੀਆਂ ਬਖਸ਼ਣ ਵਾਲੇ ਨੇ। ਪਿਆਰ ਵਾਲਿਓ, ਆਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜੀਵਨ ਤੇ ਝਾਤ ਪਾਈਏ। ਵੇਖੋ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜੀਵਨ ਬੜਾ ਹੀ ਵਿਰਾਗਮਈ ਹੈ। ਹੁਣ ਵੇਖੋ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸੰਸਾਰ ਤੇ ਆਮਦ ਹੁੰਦੀ ਹੈ ਲਾਹੌਰ ਸ਼ਹਿਰ ਦੀ ਧਰਤੀ ਤੇ। ਲਾਹੌਰ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਜਿੱਥੇ ਚੂਨੀ ਮੰਡੀ ਹੈ, ਜਿੱਥੇ ਹੀਰੇ ਤਰਾਸ਼ੇ ਜਾਂਦੇ ਨੇ, ਉਸ ਜਗ੍ਹਾ ਦੇ ਉੱਤੇ ਸੋਢੀਆਂ ਦੀ ਕੁੱਲ ਵਸਦੀ ਹੈ। ਸੋਢੀਆਂ ਦੇ ਕੁੱਲ ਦੇ ਬਾਬਾ ਠਾਕੁਰ ਦਾਸ ਵਸਦੇ ਨੇ। ਬਾਬਾ ਠਾਕੁਰ ਦਾਸ ਦੇ ਪੁੱਤਰ ਨੇ ਬਾਬਾ ਹਰੀ ਦਾਸ, ਉਹਨਾਂ ਦੀ ਸੁਪਤਨੀ ਹੈ ਮਾਤਾ ਦਇਆ ਕੌਰ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਆਮਦ ਹੋਈ ਹੈ ਪਿਤਾ ਹਰੀਦਾਸ ਤੇ ਮਾਤਾ ਦਇਆ ਕੌਰ ਦੀ ਕੁੱਖੋਂ। ਤੇ ਕਹਿੰਦੇ ਨੇ ਜਿਹੜੇ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਨੇ ਨਾ ਬਾਬਾ ਹਰੀਦਾਸ, ਕੇਵਲ ਨਾਮ ਕਰਕੇ ਹਰੀਦਾਸ ਨਹੀਂ ਬਲਕਿ ਸੱਚਮੁੱਚ ਹਰੀ ਦੇ ਦਾਸ ਨੇ। ਬੜਾ ਨਿੱਘਾ ਸੁਭਾਅ ਹੈ ਸਤਿਗੁਰੂ ਦੇ ਪਿਤਾ ਦਾ।
ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਤਾ ਬਾਬਾ ਹਰੀਦਾਸ ਸਦਾ ਹੀ ਰੱਬ ਦੇ ਸਿਮਰਨ ਦੇ ਵਿੱਚ ਸੁਰਤ ਜੋੜ ਕੇ ਰੱਖਦੇ, ਗਰੀਬਾਂ ਲੋੜਵੰਦਾਂ ਦੀ ਮਦਦ ਕਰਦੇ ਨੇ। ਔਰ ਕਹਿੰਦੇ ਨੇ ਰਸਨਾ ਦੇ ਉੱਤੇ ਹਰ ਵਕਤ ਮਿੱਠੇ ਬੋਲ ਟਿਕੇ ਰਹਿੰਦੇ। ਬਾਬਾ ਹਰੀਦਾਸ ਦੀ ਸ਼ਾਦੀ ਹੋਈ, ਸ਼ਾਦੀ ਤੋਂ 12 ਸਾਲ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਨਮ ਹੁੰਦਾ ਹੈ। 12 ਸਾਲ ਤੱਕ ਘਰ ਵਿੱਚ ਔਲਾਦ ਨਹੀਂ, ਪਰ ਕਹਿੰਦੇ 12 ਸਾਲ ਲਗਾਤਾਰ ਬਾਬਾ ਹਰੀਦਾਸ ਤੇ ਮਾਤਾ ਦਇਆ ਕੌਰ ਰੱਬ ਅੱਗੇ ਪੁਕਾਰ ਕਰਦੀ ਹੈ ਕਿ ਐ ਪ੍ਰਮਾਤਮਾ ਮੇਰੀ ਕੁੱਖ ਨੂੰ ਭਾਗ ਲਾਈ, ਸਾਡੇ ਘਰ ਵਿੱਚ ਉਸੇ ਬਾਲਕ ਨੂੰ ਭੇਜੀ ਜਿਹੜਾ ਸਾਡੀ ਕੁੱਲ ਦਾ ਨਾਮ ਰੋਸ਼ਨ ਕਰੇਗਾ, ਜਿਹੜਾ ਇਸ ਕੁੱਲ ਦਾ ਨਾਮ ਚਮਕਾਏਗਾ। ਕਹਿੰਦੇ 12 ਸਾਲ ਬਾਅਦ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ। ਚੂਣੀ ਮੰਡੀ ਲਾਹੌਰ ਵਿਖੇ ਪ੍ਰਗਟਿਆ ਇੱਕ ਤਾਰਾ, ਬਾਲਪਣੇ ਵਿੱਚ ਮੱਥੇ ਅੰਦਰ ਚਮਕ ਪਿਆ ਚਮਕਾਰਾ। ਕਹਿੰਦਾ ਲਾਹੌਰ ਸ਼ਹਿਰ ਦੀ ਚੂਣੀ ਮੰਡੀ ਦੇ ਵਿੱਚ ਅੱਜ ਇੱਕ ਤਾਰਾ ਪ੍ਰਗਟ ਹੋਇਆ। ਕਹਿੰਦੇ ਅਸਮਾਨ ਦੇ ਵਿੱਚ ਜਿਹੜੇ ਤਾਰੇ ਹੁੰਦੇ ਨੇ ਕੋਈ ਬਹੁਤੀ ਚਮਕ ਨਹੀਂ ਹੁੰਦੀ, ਇੱਕ ਸਮੇਂ ਤੱਕ, ਇੱਕ ਹੱਦ ਤੱਕ ਉਹਨਾਂ ਦੀ ਚਮਕ ਹੁੰਦੀ ਹੈ। ਪਰ ਜਿਹੜਾ ਤਾਰਾ ਅੱਜ ਬਾਬੇ ਹਰੀਦਾਸ ਦੇ ਘਰ ਵਿੱਚ ਜਨਮਿਆ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਆਮਦ ਹੋਈ ਹੈ। ਦੁਨੀਆ ਭਾਵੇਂ ਮੁੱਕ ਜਾਵੇ ਪਰ ਇਸ ਤਾਰੇ ਦੀ ਚਮਕ ਕੋਈ ਮਿਟਾ ਨਹੀਂ ਸਕੇਗਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਚਮਕ ਤੇ ਪਿਆਰ ਵਾਲਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵੀ ਚਮਕ ਕੋਈ ਮਿਟਾ ਨਹੀਂ ਸਕਦਾ। ਚੂਣੀ ਮੰਡੀ ਲਾਹੌਰ ਵਿਖੇ ਪ੍ਰਗਟਿਆ ਇੱਕ ਤਾਰਾ, ਬਾਲਪਣੇ ਵਿੱਚ ਮੱਥੇ ਅੰਦਰ ਚਮਕ ਪਿਆ ਚਮਕਾਰਾ। ਸ਼ਾਨ ਗਰੀਬੀ ਤਬਾ ਅਮੀਰੀ, ਗੱਲ ਫਕੀਰਾਂ ਵਾਲੀ, ਵੱਲ ਛਲ ਦੇ ਵੱਲ ਨਾ ਜਾਣਨ ਦੋ ਜਹਾਨਾਂ ਦਾ ਸੰਧੀ। ਕਹਿੰਦੇ ਉਹਦਾ ਜਨਮ ਹੋਇਆ ਜਿਹਨੂੰ ਵੱਲ ਛਲ ਨਹੀਂ ਆਉਂਦਾ, ਜਿਹਦਾ ਲਿਬਾਸ, ਜਿਹਦਾ ਪਹਿਰਾਵਾ ਤੇ ਭਾਵੇਂ ਬਹੁਤ ਸਾਦਾ ਏ, ਗਰੀਬਾਂ ਵਾਲਾ ਏ, ਪਰ ਜਦੋਂ ਆਪਣੇ ਅੰਮ੍ਰਿਤ ਭਰੇ ਨੇਤਰਾਂ ਦੇ ਨਾਲ ਕਿਸੇ ਨੂੰ ਤੱਕ ਲੈਂਦੇ ਨੇ ਤੇ ਗੁਰੂ ਰਾਮਦਾਸ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਵਿੱਚ ਤਾਕਤ ਹੈ। ਕਿਸੇ ਨੂੰ ਇੱਕ ਵਾਰ ਤੱਕ ਲੈਣ ਉਹਨੂੰ ਦੁਨੀਆ ਦਾ ਬਾਦਸ਼ਾਹ ਬਣਾ ਦਿੰਦੇ ਨੇ। ਉਸ ਤਾਰੇ ਦਾ, ਉਸ ਖੁਦਾ ਦੀ ਨੂਰਾਨੀ ਜੋਤ ਦਾ ਅੱਜ ਪ੍ਰਕਾਸ਼ ਹੋਇਆ। ਤੇ ਕਹਿੰਦੇ ਜਿਸ ਵਕਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਨਾ ਲਾਹੌਰ ਦੀ ਧਰਤੀ ਤੇ, ਇਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਵੀ ਇੱਕ ਵਾਰ ਆਪਣੇ ਮੁਬਾਰਕ ਚਰਨ ਪਾਏ ਸੀ। ਤੇ ਕਹਿੰਦੇ ਜਿਸ ਵਕਤ ਗੁਰੂ ਨਾਨਕ ਸਾਹਿਬ ਨੇ ਮੁਬਾਰਕ ਚਰਨ ਪਾਏ ਨਾ ਖਾਲਸਾ ਜੀ, ਕਹਿੰਦੇ ਅੰਮ੍ਰਿਤ ਵੇਲਾ ਸੀ ਤੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਖੁਦਾ ਦੇ ਗੀਤ ਗਾ ਰਹੇ ਸਨ। ਪਰ ਕਹਿੰਦੇ ਜਦੋਂ ਖੁਦਾ ਦੇ ਗੀਤ ਗਾ ਰਹੇ ਸਨ, ਕੰਨਾਂ ਦੇ ਵਿੱਚ ਬਹੁਤ ਚੀਕ ਚਹਾੜਾ ਸੁਣਾਈ ਦਿੱਤਾ, ਲੋਕਾਂ ਦੇ ਆਵਾਜ਼ਾਂ ਦੀ ਆਵਾਜ਼ ਆਈ ਕੰਨਾਂ ਦੇ ਵਿੱਚ। ਤੇ ਸਤਿਗੁਰੂ ਗੁਰੂ ਰਾਮਦਾਸ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਿਆ ਸਵਾ ਪਹਿਰ ਰਾਤ ਹੈ, ਅੰਮ੍ਰਿਤ ਵੇਲਾ ਹੈ, ਪ੍ਰਭਾਤ ਵੇਲਾ ਹੈ। ਇਹ ਕਿਹੜੇ ਲੋਕ ਨੇ ਬੇਸਮਝ ਲੋਕ ਜਿਹੜੇ ਹਲੇ ਵੀ ਸੰਸਾਰਿਕ ਕਾਰ ਵਿਹਾਰ 'ਚ ਉਲਝੇ ਨੇ। ਇਹ ਰੱਬ ਦੀ ਭਗਤੀ ਕਰਨ ਦਾ ਸਮਾਂ ਹੈ ਅੰਮ੍ਰਿਤ ਵੇਲਾ, ਪਰ ਇਹ ਅੰਮ੍ਰਿਤ ਵੇਲੇ ਨੂੰ ਵੀ ਅਜਾਈਂ ਗਵਾ ਰਹੇ ਨੇ, ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰ ਰਹੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਕੋਲੇ ਲਾਹੌਰ ਸ਼ਹਿਰ ਹੈ ਤੇ ਲਾਹੌਰ ਸ਼ਹਿਰ ਦੇ ਲੋਕ ਸ਼ਾਹੂਕਾਰਾ ਬਹੁਤ ਕਰਦੇ ਤੇ ਪਾਤਸ਼ਾਹ ਇਸ ਕਰਕੇ ਕਾਰਾਂ ਵਿਹਾਰਾਂ ਵਿੱਚ ਉਲਝੇ ਨੇ, ਅੰਮ੍ਰਿਤ ਵੇਲੇ ਦੀ ਸਮਝ ਨਹੀਂ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਰੱਬੀ ਸਰੂਰ ਵਿੱਚ ਭਿੱਜੇ, ਕਹਿਣ ਲੱਗੇ ਲਾਹੌਰ ਸ਼ਹਿਰ ਸਵਾ ਪਹਿਰ ਜ਼ਹਿਰ ਕਹਿਰ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਵਾ ਪਹਿਰ ਰਾਤ ਹੈ, ਲਾਹੌਰ ਸ਼ਹਿਰ ਹੈ, ਪਰ ਅੰਮ੍ਰਿਤ ਵੇਲੇ ਵੀ ਜ਼ਹਿਰ ਵਰਤ ਰਿਹਾ, ਅੰਮ੍ਰਿਤ ਨਹੀਂ ਵਰਤ ਰਿਹਾ। ਜਿਹੜਾ ਪਿਆਰਿਓ ਅੰਮ੍ਰਿਤ ਵੇਲੇ ਉੱਠ ਕੇ ਵੀ ਰੱਬ ਦੀ ਭਗਤੀ ਨਹੀਂ ਨਾ ਕਰਦਾ, ਜਪਜੀ ਸਾਹਿਬ ਨਹੀਂ ਕਰਦਾ, ਸੁਖਮਨੀ ਸਾਹਿਬ ਨਹੀਂ ਕਰਦਾ, ਉਹਦੇ ਘਰ ਵਿੱਚ ਦੱਸੋ ਗੁਰੂ ਨਾਨਕ ਦੀ ਕਿਰਪਾ ਕਿਵੇਂ ਹੋਵੇਗੀ। ਆਪਾਂ ਗੁਰੂ ਘਰ ਰੋਜ਼ ਆਉਂਦੇ ਆ, ਅਰਦਾਸ ਕਰਦੇ ਆ ਸਾਡੇ ਕੰਮ ਚੱਲਣ ਲੱਗ ਜਾਣ, ਘਰ ਦੇ ਵਿੱਚ ਕਿਰਪਾ ਹੋ ਜਾਵੇ, ਘਰ ਵਿੱਚ ਗੁਰੂ ਨਾਨਕ ਦੀ ਰਹਿਮਤ ਹੋ ਜਾਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪੱਲਾ ਫੜ ਲੈ, ਤੇਰੇ ਘਰ ਦੇ ਵਿੱਚ ਕਿਰਪਾ ਬਿਨਾਂ ਮੰਗਿਆ ਆ ਜਾਵੇਗੀ।
ਮੰਗਣ ਦੀ ਲੋੜ ਨਹੀਂ ਪਵੇਗੀ, ਭਟਕਣ ਦੀ ਲੋੜ ਨਹੀਂ ਪਵੇਗੀ। ਕਹਿੰਦੇ ਪਹਿਲਾਂ ਜ਼ਹਿਰ ਵਰਤਦਾ ਸੀ, ਪਰ ਅੱਜ ਉਹੀ ਸ਼ਹਿਰ ਹੈ, ਲਾਹੌਰ ਦੀ ਧਰਤੀ ਹੈ। ਅੱਜ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਇੱਕ ਵਾਰ ਲਾਹੌਰ ਸ਼ਹਿਰ ਦੀ ਧਰਤੀ ਦੇ ਉੱਤੇ ਵੀ ਅੰਮ੍ਰਿਤ ਵਰਤ ਗਿਆ। ਤੇ ਫਿਰ ਗੁਰਬਾਣੀ ਨੇ ਲਿਖਿਆ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਆਮਦ ਤੋਂ ਪਹਿਲਾਂ ਜ਼ਹਿਰ ਵਰਤਦਾ ਸੀ, ਅੱਜ ਗੁਰੂ ਰਾਮਦਾਸ ਲਾਹੌਰ ਸ਼ਹਿਰ ਦੀ ਧਰਤੀ ਤੇ ਪ੍ਰਗਟ ਹੋਏ ਤੇ ਸਿਫਤੀ ਦਾ ਘਰ ਬਣ ਗਿਆ, ਇਹ ਅੰਮ੍ਰਿਤ ਦਾ ਸਰੋਵਰ ਬਣ ਗਿਆ। ਉਸ ਧਰਤੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਖਾਲਸਾ ਜੀ। ਔਰ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਬਾਲ ਅਵਸਥਾ ਦੇ ਵਿੱਚ ਹੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਿਹਰੇ ਦੇ ਉੱਤੇ ਇੱਕ ਇਲਾਹੀ ਕਸ਼ਿਸ਼ ਸੀ, ਇੱਕ ਨੂਰਾਨੀ ਪ੍ਰਤਾਪ ਸੀ ਸਤਿਗੁਰੂ ਗੁਰੂ ਰਾਮਦਾਸ ਦੇ ਚਿਹਰੇ ਤੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨੁਹਾਰ ਬਾਰੇ ਗਿਆਨੀ ਗਿਆਨ ਸਿੰਘ ਲਿਖਦੇ, ਗੁਰੂ ਰਾਮਦਾਸ ਜੀ ਦਾ ਮੱਥਾ ਬੜਾ ਚੌੜਾ ਸੀ ਤੇ ਗੁਰੂ ਰਾਮਦਾਸ ਜੀ ਦੇ ਨੇਤਰਾਂ ਦੇ ਵਿੱਚ ਚਮਕ ਬੜੀ ਸੀ। ਗੁਰੂ ਰਾਮਦਾਸ ਜੀ ਦੇ ਮੁਖ ਦੇ ਉੱਤੇ, ਮੁਖੜੇ ਦੇ ਉੱਤੇ ਬੜੀ ਲਾਲੀ ਛਾਈ ਰਹਿੰਦੀ ਸੀ, ਪ੍ਰਤਾਪ ਸੀ, ਤੇਜ ਸੀ। ਔਰ ਦੰਦ ਬੜੇ ਹੀ ਸਫੇਦ ਸਨ ਗੁਰੂ ਰਾਮਦਾਸ ਜੀ ਦੇ। ਕਹਿੰਦੇ ਆਪਣੀ ਕੋਮਲ ਬੁੱਲੀਆਂ ਦੇ ਨਾਲ ਜਦੋਂ ਕਿਸੇ ਨੂੰ ਵੀ ਪੁਕਾਰਦੇ ਸਨ, ਉਹਦੇ ਅੰਦਰ ਤਾਈਂ ਸੁੱਖ ਵਰਤ ਜਾਂਦਾ ਸੀ, ਠੰਡ ਪੈ ਜਾਂਦੀ ਸੀ। ਐਸੀ ਨੁਹਾਰ ਸੀ ਮੇਰੇ ਪ੍ਰੀਤਮ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ। ਔਰ ਕਹਿੰਦੇ ਜਦੋਂ ਬਚਪਨ ਦੇ ਵਿੱਚ ਬਾਲਕਾਂ ਨਾਲ ਖੇਡਦੇ ਵੀ ਸਨ ਤੇ ਆਮ ਬਾਲਕਾਂ ਵਾਲੀ ਖੇਡਾਂ ਨਹੀਂ ਸਨ ਖੇਡਦੇ। ਖੇਡਣ ਜਾਏ ਬਾਲਕਣ ਤਾਈ ਗੁਰੂ ਉਪਦੇਸ਼, ਗੁਰੂ ਭਗਤੀ ਉਪਦੇਸ਼ੈ ਜਗ ਸਾਈ। ਬੱਚਿਆਂ ਨਾਲ ਵੀ ਖੇਡਦੇ ਸਨ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਰੱਬ ਦੀ ਭਗਤੀ ਦਾ ਹੋਕਾ ਦਿੰਦੇ ਸਨ। ਪਿਆਰੇ ਪ੍ਰੀਤਮ ਨੇ ਬਾਲ ਅਵਸਥਾ ਵਿੱਚ 4-5 ਸਾਲ ਦੀ ਉਮਰ ਦੇ ਵਿੱਚ ਨਾ ਬੱਚਿਆਂ ਨੂੰ ਨਾਲ ਲੈ ਕਰਕੇ ਬੈਠ ਜਾਣਾ ਤੇ ਉਹਨਾਂ ਨੂੰ ਕਹਿਣਾ, ਭਾਈ ਸਤਿਨਾਮ ਵਾਹਿਗੁਰੂ ਦਾ ਹੋਕਾ ਦਿਓ, ਉਸ ਰੱਬ ਨੂੰ ਚੇਤੇ ਕਰੋ, ਪਰਮਾਤਮਾ ਨੂੰ ਚੇਤੇ ਕਰੋ। ਕਹਿੰਦੇ ਸਤਿਗੁਰੂ ਦਾ ਜੀਵਨ ਬਤੀਤ ਹੋ ਰਿਹਾ ਸੀ। 7 ਸਾਲ ਦੀ ਆਯੂ ਹੋਈ, ਪਹਿਲਾਂ ਮਾਤਾ ਜੀ ਚੜ੍ਹਾਈ ਕਰ ਗਏ। ਉਸ ਤੋਂ ਬਾਅਦ ਹਜੇ ਮਾਤਾ ਦਾ ਸਾਇਆ ਉੱਠਿਆ ਤੇ ਪਿਤਾ ਹਰਿਦਾਸ ਉਹ ਵੀ ਅਕਾਲ ਚਲਾਣਾ ਕਰ ਗਏ। ਸਿਰ ਦੇ ਉੱਤੋਂ ਮਾਤਾ ਅਤੇ ਪਿਤਾ ਦੋਵਾਂ ਦਾ ਸਾਇਆ ਉੱਠ ਗਿਆ। ਘਰ ਦੇ ਵਿੱਚ ਇੱਕ ਭਰਾ ਤੇ ਇੱਕ ਭੈਣ ਹੋਰ ਵੀ ਸੀ, ਕਿਉਂਕਿ ਗੁਰੂ ਰਾਮਦਾਸ ਸਭ ਤੋਂ ਵੱਡੇ ਪੁੱਤਰ ਸਨ। ਇਸ ਕਰਕੇ ਪਹਿਲਾ ਨਾਮ ਭਾਈ ਜੇਠਾ ਸੀ, ਜੇਠਾ ਕਹਿ ਕੇ ਪੁਕਾਰਿਆ ਜਾਂਦਾ ਸੀ। ਸਿਰ ਦੇ ਉੱਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ। ਲਾਹੌਰ ਦੀ ਧਰਤੀ ਤੇ ਉਸ ਸ਼ਹਿਰ ਦੇ ਵਿੱਚ ਜਿਹੜੇ ਰਿਸ਼ਤੇਦਾਰ ਸਨ, ਉਹਨਾਂ ਸਭਨਾਂ ਨੇ ਆਪਣੇ ਬੂਹੇ ਬੰਦ ਕਰ ਲਏ। ਰਿਸ਼ਤੇਦਾਰਾਂ ਨੇ, ਸ਼ਰੀਕਾਂ ਨੇ ਆਪਣੇ ਬੱਚਿਆਂ ਨੂੰ ਗੁਰੂ ਰਾਮਦਾਸ ਦੇ ਨਾਲ ਖੇਡਣੋਂ ਹਟਾ ਦਿੱਤਾ ਕਿ ਇਹਦੇ ਕਰਮ ਚੰਗੇ ਨਹੀਂ, ਇਹਦੇ ਭਾਗ ਚੰਗੇ ਨਹੀਂ। ਬਹੁਤ ਭੱਦੀ ਸ਼ਬਦਾਵਲੀ ਵੀ ਉਹਨਾਂ ਨੇ ਵਰਤੀ ਹੋਵੇਗੀ। ਆਪਣੇ ਬੱਚਿਆਂ ਨੂੰ ਖੇਡਣੋਂ ਹਟਾ ਲਿਆ ਕਿ ਤੁਸੀਂ ਇਹਦੇ ਮੱਥੇ ਨਾ ਲੱਗਿਓ। ਵੇਖੋ ਸਮਾਂ ਕਿਹੋ ਜਿਹਾ ਹੋਏਗਾ ਕਿ ਜਿਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਮੱਥੇ ਲੱਗਣੋਂ ਆਪਣੇ ਬੱਚਿਆਂ ਨੂੰ ਹਟਾਇਆ ਜਾਂਦਾ ਸੀ, ਅੱਜ ਉਸੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਮੱਥਾ ਟੇਕਣ ਲਈ ਲੱਖਾਂ ਦੀ ਕਤਾਰ ਲੱਗਦੀ ਹੈ, ਲੱਖਾਂ ਦੀ ਲਾਈਨਾਂ ਲੱਗਦੀਆਂ ਨੇ। ਕਿਉਂ? ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਖੁਦ ਖੁਦਾ ਦਾ ਰੂਪ ਨੇ, ਆਮ ਵਿਅਕਤੀ ਨਹੀਂ। ਹੁਣ ਜਦੋਂ ਸਿਰ ਦੇ ਉੱਤੇ ਇੱਕ ਭਰਾ ਇੱਕ ਭੈਣ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਪੈ ਗਈ, ਕਾਰ ਵਿਹਾਰ ਵੀ ਕਰਨੀ ਪੈਣੀ ਸੀ। 7 ਸਾਲ ਦੀ ਆਯੂ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਇੱਕ ਸੱਜਣ ਨੇ ਘੁੰਗਣੀਆਂ ਦੀ ਥਾਲ ਉਹ ਦੇ ਦਿੱਤੀ ਕਿ ਇਹਨਾਂ ਨੂੰ ਜਾ ਕਰਕੇ ਵੇਚਿਆ ਕਰ। ਦਰਿਆ ਦੇ ਕਿਨਾਰੇ ਜਿਸ ਦਿਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਹਿਲੇ ਦਿਨ ਘੁੰਗਣੀਆਂ ਦੀ ਥਾਲ ਲੈ ਕਰਕੇ ਘੁੰਗਣੀਆਂ ਵੇਚਣ ਲਈ ਗਏ, ਉਹ ਦ੍ਰਿਸ਼ ਚੇਤੇ ਕਰੀਏ ਕਿ ਇੱਕ ਬਾਲਕ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਜਾਵੇ, ਰਿਸ਼ਤੇਦਾਰ ਕੋਈ ਬਾਂਹ ਨਾ ਫੜੇ, ਆਪਣੇ ਬੂਹੇ ਬੰਦ ਕਰ ਲਵੇ। ਉਹਨਾਂ ਸਮਿਆਂ ਦੇ ਵਿੱਚ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਘਬਰਾਏ ਨਹੀਂ, ਡੋਲੇ ਨਹੀਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਸੇ ਅੱਗੇ ਜਾ ਕੇ ਆਪਣਾ ਰੋਣਾ ਨਹੀਂ ਰੋਇਆ।
बल्कि रब दे भाणे विच, अकाल पुरख दे भाणे विच जिंदगी गुजारी। कहंदे दरिया दे किनारे गुरु रामदास सच्चे पातशाह घुंगणियां दी थाल लैके खलोते। दरिया दे विचों इशनान करके कोई सज्जण बाहर आए ते बहुत ही लोड़वंद सन, भुखे भाणे सन। उन्हां गुरु रामदास सच्चे पातशाह दी घुंगणियां दी थाल वल तक्या। जिहड़ा बंदा कई दिनां दा भुखा होवे ना, मजबूरी विच होवे, कई वार ओदा अंदर दी ज़मीर मंगण दी हामी नहीं भरदी, पर जदों सामने कोई पदार्थ वेखे अंदरों हुंदा है कि काश मैनू मिल जावे। कहंदे गुरु रामदास सच्चे पातशाह घुंगणियां दी थाल लैके खलोते ते ओ लोड़वंद घुंगणियां दी थाल वल तकदे, क्योंकि भुख लगी है, लोड़वंद ने। ते गुरु रामदास सच्चे पातशाह उन्हां दे अंदर दी बुझदे। सतगुरु सच्चे पातशाह ने थाल दे विचों बुक्कां भर के उन्हां वल इशारा किया कि भाई लो छको। हुण पहले दिन घुंगणियां वेचण गए, पर उस दिन मुनाफा नहीं तकिया, उस दिन भी अपना आप नहीं तकिया। उस दिन भी गुरु रामदास सच्चे पातशाह लोकाई दा भला करदे ने, लोड़वंदां दी मदद करदे ने। पहले दिन भी घुंगणियां वेचण गए ओ व्यक्ति ने घुंगणियां भी एक लोड़वंदां दी सेवा विच ला दित्ती। ये सब तो वड्डी करामात ही है, कोई आम व्यक्ति नहीं कर सकदा। गुरु रामदास सच्चे पातशाह भुखियां नूं नहीं वेख सकदे, गरीबां नूं नहीं वेख सकदे। इहो कारण है अज भी कोई भुखा भाणा गुरु रामदास दे दर ते भावें अद्धी रात नूं भी चलिया जावे ते गुरु रामदास दे घरों अज भी भुखे भाणे गए व्यक्ति नूं प्रशादा जरूर मिलदा है। प्रशादे तो मना नहीं किया जाता, क्योंकि गुरु रामदास कदे किसे नूं भुखा नहीं वेख सकदे। वो है गुरु रामदास जी की शख्सियत। कहंदे नानका पिंड सी बासर के, नानी जी उन्हां नूं पता जदों लगा कि इस तरह शरीकां ने, रिश्तेदारां ने बूहे बंद कर ले, लाहौर की धरती ते आए। गुरु रामदास सच्चे पातशाह जी नूं नाल लिया, समान लिया ते बचन कीते, बेटा तू चल मेरे नाल बासर के चल। सतगुरु गुरु रामदास सच्चे पातशाह दी बाह पकड़ी। सतगुरु दे नानी जी लाहौर तो उन्हां नूं पिंड बासर के लैके आउंदे ने ते जिस वक्त कहंदे घर तो निकलदे ने गुरु रामदास जी नूं लै करके ना, जिस भी घर दे अगों गुरु रामदास सच्चे पातशाह लंघदे ने, वो घर वाले अपने बूहा बंद कर लेंदे ने। जिदे जिदे भी घर अगों गुरु रामदास सच्चे पातशाह लंघदे, घर वाले बूहा बंद कर लेंदे ने कि किते ए साडे घर विच ना आ जावे। ते फिर भी वेखो कैसी बख्शिशां, रहमतां, दयालतां दे मालक गुरु रामदास सच्चे पातशाह कि जदों 7 साल दी उम्र दे विच सिर ते माँ प्यो दा साया नहीं, गुरु रामदास गली विचों लंघदे ने, गली दे लोग अपने बूहे बंद करदे ने। पर अज मान नाल कहिए, धन धन रामदास गुर, जिन सिरिया तिने सवारिया। जिस सतगुरु नूं 7 साल दी उम्र दे विच वेखिया लोग बूहे बंद करदे सन, अज उस सतगुरु दे दर दा बूहा कदे बंद ही नहीं हुंदा। कोई जदों मर्जी चलिया जावे। भयानक बीमारी आई खालसा जी, भयानक बीमारी आई, हस्पतालां ने, लोकां ने अपने बूहे बंद कर ले, सरकारां ने बूहे बंद कर ले, पर भयानक बीमारी दे दौरान भी गुरु रामदास दे दर दा बूहा बंद नहीं होया। डिठे सभे थाव नहीं तुद जेहिया, बदहों पुरख विधाते तां तू सोहिया। गुरु रामदास सच्चे पातशाह उन्हां दे दर दा बूहा कदे बंद ही नहीं हुंदा। कहंदे पिंड बासर के आए। हुण क्योंकि जदों गुरु रामदास सच्चे पातशाह जी का जन्म हुंदा है ना, उस वक्त 3 पातशाहियां वो भी शरीरक जामे दे विच वरत रहीआं ने। लाहौर की धरती ते गुरु रामदास की आमद हुई ते करतारपुर साहब की धरती ते गुरु नानक साहब महाराज 65.5 साल की आयु दे विच संगतां नूं होका दे रहे ने नाम दा। करतारपुर साहब की धरती ते गुरु नानक साहब 65.5 साल की उम्र विच ने
ਤੇ ਬਾਬਾ ਲਹਿਣਾ ਜੀ ਜਿਨ੍ਹਾਂ ਨੇ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਬਣਨਾ। ਬਾਬਾ ਲਹਿਣਾ ਜੀ ਵੀ ਕਰਤਾਰਪੁਰ ਦੀ ਧਰਤੀ ਤੇ ਨੇ। ਉਦੋਂ ਉਹਨਾਂ ਨੂੰ 2 ਸਾਲ ਹੋ ਚੁੱਕੇ ਸਨ ਗੁਰੂ ਨਾਨਕ ਸਾਹਿਬ ਦੇ ਨਾਲ ਮਿਲਿਆ। 25 ਅੱਸੂ ਸੰਮਤ 1591 ਨੂੰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੁੰਦਾ ਹੈ। 30 ਸਾਲ ਦੀ ਉਮਰ ਬਾਬਾ ਲਹਿਣਾ ਜੀ ਦੀ ਹੈ। ਤੇ ਬਾਬਾ ਅਮਰਦਾਸ ਜਿਨ੍ਹਾਂ ਨੇ ਬਾਅਦ ਵਿੱਚ ਗੁਰੂ ਅਮਰਦਾਸ ਬਣਨਾ, ਉਹ ਪਿੰਡ ਬਾਸਰ ਕੇ ਰਹਿੰਦੇ ਨੇ ਤੇ ਉਹਨਾਂ ਦੀ ਉਮਰ ਹੈਗੀ ਹੈ 55 ਸਾਲ ਦੀ। ਭਾਵ 3 ਪਾਤਸ਼ਾਹੀਆਂ ਉਦੋਂ ਸਰੀਰਕ ਜਾਮੇ ਵਿੱਚ ਵਰਤ ਰਹੀਆਂ। ਤੇ ਗੁਰੂ ਰਾਮਦਾਸ ਜੀ ਜਦੋਂ ਲਾਹੌਰ ਤੋਂ ਬਾਸਰ ਕੇ ਗਏ ਨੇ, ਬਾਬਾ ਅਮਰਦਾਸ ਦਾ ਵੀ ਪਿੰਡ ਬਾਸਰ ਕੇ ਹੈ। ਤੇ ਬਾਬਾ ਅਮਰਦਾਸ ਜੀ ਪਿੰਡ ਬਾਸਰ ਕੇ ਰਹਿ ਕਰਕੇ ਲੋਕਾਈ ਦੀ ਸੇਵਾ ਕਰਦੇ ਨੇ। ਪਿੰਡ ਦੇ ਲੋਕਾਂ ਨੂੰ ਹਰ ਸਾਲ ਤੀਰਥ ਯਾਤਰਾ ਲਈ ਲੈ ਕਰਕੇ ਜਾਂਦੇ ਨੇ। ਪਰ ਇੱਕ ਦਿਨ ਇੱਕ ਵੈਰਾਗੀ ਸਾਧੂ ਨੇ ਬਾਬਾ ਅਮਰਦਾਸ ਦੇ ਹਿਰਦੇ ਤੇ ਚੋਟ ਮਾਰੀ ਕਿ ਬਾਬਾ ਅਮਰਦਾਸ, ਤੈਂ ਇਤਨੀ ਉਮਰ ਅਜਾਈ ਗਵਾ ਦਿੱਤੀ ਹੈ, ਹਾਲੇ ਤੱਕ ਗੁਰੂ ਵਾਲਾ ਨਹੀਂ ਬਣਿਆ। ਤੇ ਯਾਦ ਰੱਖੀ, ਗੁਰੂ ਤੋਂ ਬਿਨਾ ਮੁਕਤੀ ਨਹੀਂ ਹੁੰਦੀ, ਬੰਦ ਖੁਲਾਸੀ ਨਹੀਂ ਹੁੰਦੀ। ਜਦੋਂ ਤੱਕ ਤੂੰ ਗੁਰੂ ਵਾਲਾ ਨਹੀਂ ਬਣਦਾ, ਤੇਰੀ ਕੀਤੀ ਸੇਵਾ, ਤੇਰਾ ਕੀਤਾ ਪੁੰਨ ਦਾਨ ਸਭ ਵਿਅਰਥ ਚਲਿਆ ਜਾਵੇਗਾ। ਇੱਕ ਪੂਰੇ ਗੁਰੂ ਦੀ ਤਲਾਸ਼ ਕਰ। ਤਾਂ ਬਾਬਾ ਅਮਰਦਾਸ ਜੀ ਦਾ ਉਹਨਾਂ ਦਿਨਾਂ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਮਿਲਾਪ ਹੁੰਦਾ ਹੈ, ਜਿਹੜੇ ਗੁਰੂ ਨਾਨਕ ਦੀ ਗੱਦੀ ਦੇ ਦੂਸਰੇ ਵਾਰਿਸ ਖਡੂਰ ਸਾਹਿਬ ਦੀ ਧਰਤੀ ਤੇ ਵਸਦੇ ਨੇ। ਜਦੋਂ ਸਤਿਗੁਰੂ ਗੁਰੂ ਰਾਮਦਾਸ ਜੀ ਬਾਲ ਅਵਸਥਾ ਵਿੱਚ ਪਿੰਡ ਬਾਸਰ ਕੇ ਆਏ ਤੇ ਬਾਬਾ ਅਮਰਦਾਸ ਜੀ ਨੂੰ ਪਤਾ ਲੱਗਾ, ਤਾਂ ਕਹਿੰਦੇ ਜਦੋਂ ਬਾਬਾ ਅਮਰਦਾਸ ਜੀ ਨੇ ਉਸ ਬਾਲਕ ਨੂੰ ਤੱਕਿਆ, ਬਾਬਾ ਅਮਰਦਾਸ ਜੀ ਦਾ ਹਿਰਦਾ ਬੜਾ ਕੋਮਲ ਸੀ। ਉਹਨਾਂ ਦੇ ਨੇਤਰਾਂ ਦੇ ਵਿੱਚ ਨੀਰ ਭਰ ਆਇਆ ਤੇ ਗੁਰੂ ਰਾਮਦਾਸ ਜੀ ਨੂੰ ਕਲਾਵੇ ਵਿੱਚ ਲੈ ਲਿਆ, ਗੱਲ ਨਾਲ ਲਾ ਲਿਆ। ਕਹਿੰਦੇ ਨੇ ਜਿਹੜਾ ਨਿੱਘ ਪਿਤਾ ਹਰੀਦਾਸ ਤੋਂ ਬਾਬਾ ਗੁਰੂ ਰਾਮਦਾਸ ਜੀ ਨੂੰ ਮਿਲਣਾ ਸੀ ਨਾ, ਅੱਜ ਉਹ ਨਿੱਘ ਬਾਬਾ ਅਮਰਦਾਸ ਜੀ ਦੀ ਕਲਾਵੇ ਵਿੱਚ ਲਿਆ ਗੁਰੂ ਰਾਮਦਾਸ ਜੀ ਨੂੰ ਮਿਲਿਆ। ਉਹ ਪਿਆਰ ਮਿਲਿਆ ਆਪਣੇ ਪਿਤਾ ਹਰੀਦਾਸ ਵਾਲਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਦੇ ਨੇ। ਬਾਬਾ ਅਮਰਦਾਸ ਜੀ ਨੂੰ ਸੇਵਾ ਕਰਦਿਆਂ ਨੂੰ ਵੇਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਵੀ ਸੇਵਾ ਦਾ ਚਾਅ ਪੈਦਾ ਹੁੰਦਾ ਹੈ, ਸਿਮਰਨ ਦਾ ਚਾਅ ਪੈਦਾ ਹੁੰਦਾ ਹੈ, ਰੱਬ ਦੀ ਭਗਤੀ ਦਾ ਚਾਅ ਪੈਦਾ ਹੁੰਦਾ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸ਼ੁਭਾਏਮਾਨ ਹੁੰਦੇ ਨੇ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਫਿਰ ਰਹਿਮਤਾਂ ਬਖਸ਼ਿਸ਼ਾਂ ਵਰਤਾਉਂਦੇ ਨੇ, ਰੌਣਕਾਂ ਲਾਉਂਦੇ ਨੇ। ਇਹ ਮੈਂ ਬੇਨਤੀ ਤਾਂ ਕਰ ਰਿਹਾ ਕਿ ਥੋੜਾ ਜਿਹਾ ਪਤਾ ਲੱਗੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਗੁਰੂ ਘਰ ਵਿੱਚ ਜੁੜਦੇ ਨੇ। ਬਾਬਾ ਅਮਰਦਾਸ ਜੀ ਦੇ ਨਾਲ ਮਿਲਾਪ ਹੋਇਆ। ਬਾਬਾ ਅਮਰਦਾਸ ਜੀ ਦੇ ਕਰਕੇ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਘਰ ਦੀ ਸੇਵਾ ਵੱਲ ਖਿੱਚੇ ਗਏ। ਗੁਰੂ ਅਮਰਦਾਸ ਜੀ ਜਦੋਂ ਗੋਇੰਦਵਾਲ ਸਾਹਿਬ ਸੇਵਾ ਕਰਦੇ ਨੇ ਤੇ ਗੁਰੂ ਰਾਮਦਾਸ ਜੀ ਨੂੰ ਵੀ ਉਸੇ ਜਗ੍ਹਾ ਤੇ ਬੁਲਾ ਲੈਂਦੇ ਨੇ। 22 ਸਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, ਥੋੜੀ ਸੇਵਾ ਨਹੀਂ ਕੀਤੀ। ਤੇ ਕਹਿੰਦੇ ਜਦੋਂ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਦਰਬਾਰ ਵਿੱਚ ਆਉਂਦੇ ਸਨ ਨਾ ਖਾਲਸਾ ਜੀ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨੇਤਰਾਂ ਦੇ ਵਿੱਚ ਸਦਾ ਹੀ ਜਲ ਭਰਿਆ ਰਹਿੰਦਾ ਸੀ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨੇਤਰਾਂ ਦੇ ਵਿੱਚ ਵਿਰਾਗ ਭਰਿਆ ਰਹਿੰਦਾ ਸੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦੀਦਾਰਿਆਂ ਪ੍ਰਤੀ ਇੱਕ ਤੜਪ ਬਣੀ ਰਹਿੰਦੀ ਸੀ ਕਿ ਪਰਮਾਤਮਾ ਦੇ ਦੀਦਾਰੇ ਕਦੋਂ ਹੋਣਗੇ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਕਦੋਂ ਹੋਵੇਗੀ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਨਿਤ ਸੇਵਾ ਕਰਦੇ ਨੇ, ਤਨੋਂ ਮਨੋਂ ਸੇਵਾ ਕਰਦੇ ਨੇ। ਕਹਿੰਦੇ ਇੱਕ ਦਿਨ ਅੰਮ੍ਰਿਤ ਵੇਲਾ ਸੀ। जब पहर रात रह अमृत वेला, गुर करै इशनान भगत सुख वेला, तब बीबी जी दर्शन करै, सच्ची भगत हिरदे में धरै। महिमा प्रकाश दे बोलने कहंदे अमृत वेला सी ते गुरु रामदास सच्चे पातशाह अमृत वेले गुरु अमरदास जी दे दरबार विच इशनान करके
ਭਜਨ ਬੰਦਗੀ ਕਰਕੇ ਸਿਮਰਨ ਕਰਕੇ ਸੇਵਾ ਕਰ ਰਹੇ ਸਨ। ਤੇ ਕਹਿੰਦੇ ਉਸ ਵਕਤ ਗੁਰੂ ਰਾਮਦਾਸ ਜੀ ਨੂੰ ਸੇਵਾ ਕਰਦਿਆਂ ਨੂੰ ਵੇਖ ਕੇ ਗੁਰੂ ਅਮਰਦਾਸ ਜੀ ਦੇ ਮਹਿਲ, ਗੁਰੂ ਅਮਰਦਾਸ ਜੀ ਦੀ ਧਰਮ ਸੁਪਤਨੀ ਦੀ ਨਿਗਾਹ ਗੁਰੂ ਰਾਮਦਾਸ ਜੀ ਵੱਲ ਜਾਂਦੀ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੜੀ ਨਿਮਰਤਾ ਦੇ ਨਾਲ, ਬੜੇ ਪ੍ਰੇਮ ਦੇ ਨਾਲ, ਬੜੇ ਚਾਅ ਦੇ ਨਾਲ ਸੇਵਾ ਕਰਦੇ ਨੇ। ਸੇਵਾ ਕਰਦਿਆਂ ਨੂੰ ਵੇਖ ਗੁਰੂ ਅਮਰਦਾਸ ਜੀ ਨੂੰ ਬੀਬੀ ਜੀ ਕਹਿਣ ਲੱਗੇ, ਸਤਿਗੁਰੂ, ਦੋ ਬੱਚੀਆਂ ਨੇ, ਇੱਕ ਬੱਚੀ ਦਾ ਤੇ ਆਨੰਦ ਕਾਰਜ ਭਾਈ ਰਾਮੇ ਦੇ ਨਾਲ ਹੋ ਗਿਆ, ਬੀਬੀ ਭਾਨੀ ਦਾ ਰਿਸ਼ਤਾ ਹਜੇ ਹੋਇਆ ਨਹੀਂ। ਕਿਰਪਾ ਕਰੋ ਬੀਬੀ ਭਾਨੀ ਜੀ ਲਈ ਵੀ ਵਰ ਲੱਭਿਆ ਜਾਵੇ। ਉਹਨਾਂ ਦੇ ਰਿਸ਼ਤੇ ਬਾਰੇ, ਉਹਨਾਂ ਦੇ ਵਰ ਬਾਰੇ ਵੀ ਕੁਝ ਸੋਚੋ। ਸੁਭਾਵਕ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਕਿਹੋ ਜਿਹਾ ਵਰ ਆਪਣੀ ਬੇਟੀ ਦੇ ਲਈ ਤੁਸੀਂ ਲੋਚਦੇ ਹੋ, ਕਿਹੋ ਜਿਹਾ ਵਰ ਚਾਹੀਦਾ ਹੈ। ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੇ ਧਿਆਨ ਵਿੱਚ ਸੇਵਾ ਕਰ ਰਹੇ ਸਨ। ਮਾਤਾ ਜੀ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਇਸ਼ਾਰਾ ਕਰਕੇ ਕਿ ਇਹੋ ਜਿਹਾ ਵਰ ਚਾਹੀਦਾ ਹੈ, ਇਹੋ ਜਿਹਾ ਹੋਵੇ ਜਿਹਦਾ ਸੁਭਾਅ ਬੜਾ ਨਿੱਘਾ ਹੋਵੇ, ਜਿਹਦੇ ਰਸਨਾ ਤੇ ਬੋਲ ਬੜੇ ਮਿੱਠੇ ਹੋਣ, ਜਿਹਦੇ ਦੀਦਾਰੇ ਕਰਕੇ ਅੰਦਰ ਤਾਈਂ ਠੰਡ ਪਵੇ, ਅੰਦਰ ਤਾਈਂ ਹਿਰਦਾ ਠਰ ਜਾਵੇ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੌਜ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਬੀਬਾ ਜੀ ਇਹੋ ਜੇ ਤੇ ਫਿਰ ਇਹੋ ਹੀ ਨੇ, ਇਹੋ ਜਿਹਾ ਦੁਨੀਆ ਦੇ ਤਖਤੇ ਤੇ ਨਾ ਕੋਈ ਦੂਜਾ ਹੈ ਤੇ ਨਾ ਹੀ ਕੋਈ ਦੂਜਾ ਹੋ ਸਕਦਾ। ਕਿਉਂ ਨਾ ਇਹਨਾਂ ਦੇ ਨਾਲ ਹੀ ਬੀਬੀ ਭਾਨੀ ਦਾ, ਆਪਣੀ ਬੇਟੀ ਦਾ ਰਿਸ਼ਤਾ ਕਰ ਦਈਏ। ਤੇ ਸੁਭਾਵਕ ਹੀ ਉਹਨਾਂ ਨੇ ਕਿਹਾ ਕਿ ਸਤਿਗੁਰੂ, ਜਦੋਂ ਬੱਚੀ ਦੇ ਲਈ, ਬੇਟੀ ਦੇ ਲਈ ਲੜਕਾ ਵੇਖੀਏ ਨਾ, ਬੇਟੀ ਦੇ ਲਈ, ਤੇ ਕਹਿੰਦੇ ਨੇ ਉਹਦਾ ਘਰ-ਬਾਰ ਵੇਖੀਦਾ, ਉਹਦਾ ਘਰ ਕਿਹੋ ਜਿਹਾ ਹੈ, ਉਹਦਾ ਕਾਰੋਬਾਰ ਵੇਖੀਦਾ, ਉਹਦਾ ਕਾਰੋਬਾਰ ਕਿਹੋ ਜਿਹਾ ਹੈ। ਪਰ ਇਹਨਾਂ ਦੇ ਘਰ-ਬਾਰ ਬਾਰੇ, ਕਾਰੋਬਾਰ ਬਾਰੇ ਤੇ ਆਪ ਜੀ ਜਾਣਦੇ ਹੋ, ਇਹ ਤਾਂ ਇੱਥੇ ਰਹਿ ਕੇ ਸੇਵਾ ਕਰਦੇ ਨੇ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਗਵਾਨੇ ਯਾਦ ਰੱਖੀ, ਦੁਨੀਆ ਦੇ ਵਿੱਚ ਸ਼ਾਹੂਕਾਰ ਬੜੇ ਹੋਣਗੇ, ਮਾਇਆ ਧਾਰੀ ਬੜੇ ਹੋਣਗੇ, ਉਹ ਘਰ ਬਣਾਉਂਦੇ ਹੋਣਗੇ, ਉਹਨਾਂ ਦੇ ਘਰ ਉਹਨਾਂ ਦੇ ਜਾਣ ਤੋਂ ਬਾਅਦ ਸੁੰਨੇ ਹੋ ਜਾਣਗੇ। ਦੁਨੀਆ ਦੇ ਲੋਕ ਘਰ ਬਣਾਉਣਗੇ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਦੀ ਰੌਣਕ ਮੁੱਕ ਜਾਵੇਗੀ। ਉਹਨਾਂ ਦੇ ਜਾਣ ਤੋਂ ਬਾਅਦ ਹੋ ਸਕਦਾ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਦਾ ਘਰ ਢਾਹ ਵੀ ਦੇਣ, ਉਹਨਾਂ ਦਾ ਘਰ ਤੋੜ ਵੀ ਦੇਣ, ਜਾਂ ਘਰ ਨੂੰ ਵੇਚ ਵੀ ਦੇਣ। ਪਰ ਇਸ ਬਾਲਕ ਦਾ ਘਰ ਇਹੋ ਜਿਹੀਆਂ ਬਖਸ਼ਿਸ਼ਾਂ ਦਾ ਮਾਲਕ ਹੋਵੇਗਾ ਜਿੱਥੇ ਇਸ ਬਾਲਕ ਵਰਗਾ ਬਾਲਕ ਦੁਨੀਆ ਦੇ ਤਖਤੇ ਤੇ ਕੋਈ ਨਹੀਂ ਹੋਵੇਗਾ, ਉੱਥੇ ਇਹਨਾਂ ਦੇ ਘਰ ਵਰਗਾ ਦੂਜਾ ਘਰ ਵੀ ਦੁਨੀਆ ਦੇ ਤਖਤੇ ਤੇ ਕੋਈ ਨਹੀਂ ਹੋਵੇਗਾ। ਔਰ ਇਹਨਾਂ ਦਾ ਘਰ, ਇਹਨਾਂ ਦੇ ਭਾਵੇਂ ਸਰੀਰਕ ਜਾਮੇ ਵਿੱਚ ਨਾ ਵੀ ਵਰਤਨ, ਕਿਉਂਕਿ ਸਤਿਗੁਰੂ ਕਿਤੇ ਗਏ ਨਹੀਂ ਹੁੰਦੇ, ਸਦਾ ਹਾਜ਼ਰ ਹੁੰਦੇ। ਗੁਰੂ ਅਮਰਦਾਸ ਜੀ ਕਹਿੰਦੇ ਇਸ ਬਾਲਕ ਦੇ ਜਾਣ ਤੋਂ ਬਾਅਦ ਵੀ ਇਹਦਾ ਘਰ ਸੁੰਨਾ ਕਦੇ ਨਹੀਂ ਹੋਵੇਗਾ, ਇਹਦੇ ਘਰ ਦੇ ਵਿੱਚ ਸਦਾ ਰੌਣਕਾਂ ਲੱਗੀਆਂ ਰਹਿਣਗੀਆਂ, ਤੇ ਇਹਦੇ ਘਰ ਨੂੰ ਢਾਉਣ ਵਾਲੇ ਢਹਿ ਜਾਣਗੇ, ਪਰ ਇਸ ਬਾਲਕ ਦਾ ਘਰ ਕੋਈ ਢਾਹ ਨਹੀਂ ਸਕੇਗਾ। ਇਹੋ ਕਾਰਨ ਹੈ ਖਾਲਸਾ ਜੀ, ਹਰਮੰਦਰ ਸਾਹਿਬ ਨੂੰ ਢਾਉਣ ਵਾਲੇ ਢਹਿ ਗਏ, ਪਰ ਹਰਮੰਦਰ ਸਾਹਿਬ ਦੀ ਸੋਭਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬਧੋਂ ਪੁਰਖ ਵਿਧਾਤੇ ਤਾ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ। ਤੁਸੀਂ ਕਹਿੰਦੇ ਹੋ ਲੜਕੇ ਦਾ ਕਾਰੋਬਾਰ ਵੇਖੀਦਾ, ਕਾਰੋਬਾਰ ਕਿਵੇਂ ਦਾ ਹੋਵੇਗਾ? ਕਹਿੰਦੇ ਦੁਨੀਆ ਦੇ ਲੋਕ ਕਾਰੋਬਾਰ ਕਰਦੇ ਹੋਣਗੇ, ਇੱਕ ਸਮਾਂ ਆਉਂਦਾ ਹੋਵੇਗਾ ਉਹਨਾਂ ਦੇ ਕਾਰੋਬਾਰ ਉਹ ਠੰਡੇ ਪੈ ਜਾਇਆ ਕਰਨਗੇ। ਦੁਨੀਆ ਦੇ ਵਿੱਚ ਕੋਈ ਕਾਰੋਬਾਰ ਕਰੇ, ਸਮਾਂ ਆਉਂਦਾ ਕਾਰੋਬਾਰ ਬਹੁਤ ਚੱਲਦਾ, ਫਿਰ ਕਦੇ ਸਮਾਂ ਆ ਜਾਂਦਾ ਵੀ ਕਾਰੋਬਾਰ ਚੱਲਦਾ ਹੀ ਨਹੀਂ। ਕਹਿੰਦੇ ਦੁਨੀਆ ਦੇ ਵਿੱਚ ਜਿਹੜੇ ਲੋਕ ਕਾਰੋਬਾਰ ਕਰਦੇ ਨੇ, ਇੱਕ ਸਮੇਂ ਬਾਅਦ ਉਹਨਾਂ ਦੇ ਕਾਰੋਬਾਰ ਠੰਡੇ ਪੈ ਜਾਂਦੇ ਨੇ। ਪਰ ਇਸ ਬਾਲਕ ਦਾ ਘਰ ਐਸਾ ਹੋਵੇਗਾ ਜਿਹਦਾ ਕਾਰੋਬਾਰ ਦੁਨੀਆ ਦੇ ਤਖਤੇ ਤੇ ਨਾ ਚੱਲਦਾ ਹੋਵੇ,
ਉਹ ਇੱਕ ਵਾਰ ਇਹਨਾਂ ਦੇ ਘਰ ਵਿੱਚ ਜਾ ਕੇ ਆਪਣੇ ਕਾਰੋਬਾਰ ਦੀ ਅਰਦਾਸ ਕਰ ਲਵੇ, ਇਹ ਬਾਲਕ ਦੇ ਘਰ ਦੇ ਵਿੱਚ ਵਡਿਆਈ ਹੋਵੇਗੀ, ਉਹਦਾ ਵੀ ਕਾਰੋਬਾਰ ਚੱਲਣ ਲੱਗ ਜਾਵੇਗਾ। ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੋ ਸੌਂਪਿਆ। ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵਈ, ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ। ਪਾਤਸ਼ਾਹ ਕਹਿੰਦੇ ਇਸ ਬਾਲਕ ਵਰਗਾ ਦੂਜਾ ਬਾਲਕ ਨਹੀਂ ਹੋਵੇਗਾ, ਇਸ ਬਾਲਕ ਦੇ ਘਰ ਵਰਗਾ ਦੂਜਾ ਘਰ ਨਹੀਂ ਹੋਵੇਗਾ। ਇਹ ਰੱਬੀ ਬਖਸ਼ਿਸ਼ਾਂ ਰਹਿਮਤਾਂ ਦੇ ਮਾਲਕ ਹੋਣਗੇ। ਬੀਬੀ ਭਾਨੀ ਜੀ ਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਵਾਹ ਕੀਤਾ ਗਿਆ। ਹੁਣ ਕਹਿੰਦੇ ਵੇਖੋ ਗੁਰੂ ਘਰ ਦਾ ਜਵਾਈ ਬਣਨਾ, ਗੁਰੂ ਅਮਰਦਾਸ ਦਾ ਜਵਾਈ ਬਣਨਾ ਗੁਰੂ ਰਾਮਦਾਸ ਦੇ ਕਰਮਾਂ ਵਿੱਚ ਆਇਆ। ਪਰ ਪਿਆਰਿਓ, ਜਿਸ ਗੁਰੂ ਨੂੰ ਯਾਦ ਕਰ ਰਹੇ ਹਾਂ ਉਹਨਾਂ 'ਚ ਨਿਰਮਾਣਤਾ ਬੜੀ ਜੇ, ਨਿਮਰਤਾ ਬੜੀ ਹੈ। ਗੁਰੂ ਘਰ ਦੇ ਵਿੱਚ ਕਿਸੇ ਨੂੰ ਕਿਣਕਾ ਜਾਂ ਨਿੱਕਾ ਜਿਹਾ ਅਹੁਦਾ ਮਿਲ ਜਾਵੇ ਨਾ, ਉਹ ਗੁਰੂ ਘਰ ਵਿੱਚ ਝਾੜੂ ਇੱਕ ਜਗ੍ਹਾ ਤੋਂ ਚੱਕ ਕੇ ਦੂਜੀ ਜਗ੍ਹਾ ਝਾੜੂ ਨਹੀਂ ਰੱਖਦਾ। ਇੱਥੇ ਗੁਰੂ ਅਮਰਦਾਸ ਦੇ ਜਵਾਈ ਬਣ ਗਏ ਗੁਰੂ ਰਾਮਦਾਸ, ਤੇ ਕਹਿੰਦੇ ਬੌਲੀ ਸਾਹਿਬ ਦੀ ਚੱਲਦੀ ਹੈ ਸੇਵਾ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਾਰ ਦੀ ਟੋਕਰੀ ਆਪਣੇ ਸਿਰ ਤੇ ਚੁੱਕਦੇ ਨੇ ਤੇ ਸੇਵਾ ਦੇ ਵਿੱਚ ਐਸੇ ਰੁੱਝੇ ਰਹਿੰਦੇ ਨੇ। ਸਾਰਾ ਦਿਨ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵਸਤਰਾਂ ਦੇ ਉੱਤੇ ਗੁਰੂ ਘਰ ਦੀ ਗਾਰ ਲੱਗੀ ਰਹਿੰਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵਸਤਰਾਂ ਤੇ ਐਸੀ ਨਿਰਮਾਣਤਾ ਹੈ, ਐਸੀ ਨਿਮਰਤਾ ਹੈ। ਤੇ ਜੇ ਬੀਬੀ ਭਾਨੀ ਜੀ ਨੇ, ਉਹ ਵੀ ਸਦਾ ਲੰਗਰ ਦੇ ਵਿੱਚ ਸੇਵਾ ਕਰਦੇ ਨੇ, ਲੰਗਰ ਪਕਾਉਣ ਦੀ ਸੇਵਾ ਕਰਦੇ ਨੇ, ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਨੇ। ਗੱਲ ਸੱਚੀ ਹੈ, ਭਾਵੇਂ ਕੋਈ ਜਿੰਨਾ ਮਰਜ਼ੀ ਆਪਣੇ ਅਹੁਦੇ ਤੇ ਮਾਣ ਕਰੇ, ਪਰ ਗੁਰੂ ਘਰ ਵਿੱਚ ਆ ਕੇ ਜਿਹੜਾ ਜੂਠੇ ਭਾਂਡੇ ਗੁਰੂ ਘਰ ਦੇ ਮਾਂਜਦਾ, ਗੁਰੂ ਘਰ ਦੀ ਬਖਸ਼ਿਸ਼ ਉਹਦੇ ਹਿੱਸੇ ਵਿੱਚ ਆਉਂਦੀ ਹੈ, ਉਹਦੇ ਵਾਲੇ ਦੇ ਹਿੱਸੇ 'ਚ ਨਹੀਂ ਆਉਂਦੀ। ਗੁਰੂ ਘਰ 'ਚ ਜਿਹੜਾ ਨੀਵਾਂ ਹੋ ਜਾਂਦਾ, ਜਿਹੜਾ ਨਿਮਾਣਾ ਹੋ ਜਾਂਦਾ ਹੈ, ਕਿਉਂਕਿ ਇੱਥੇ ਮਿਲਦਾ ਨਿਮਾਣਿਆਂ ਨੂੰ ਮਾਣ ਹੈ। ਜਿਹੜਾ ਪਹਿਲਾਂ ਹੀ ਮਾਣ ਲੈ ਕੇ ਆਵੇ ਉਹਨੂੰ ਕੀ ਮਿਲੇਗਾ। ਇੱਥੇ ਨਥਾਵਿਆਂ ਨੂੰ ਥਾਵ ਮਿਲਦੀ ਹੈ, ਨਿਓਟਿਆਂ ਨੂੰ ਓਟ ਮਿਲਦੀ ਹੈ, ਨਿਆਸਰਿਆਂ ਨੂੰ ਆਸਰਾ ਮਿਲਦਾ ਹੈ। ਜਿਹੜੇ ਪਹਿਲਾਂ ਮਾਣ ਲੈ ਕੇ ਆਏ ਹੋਣ ਉਹਨਾਂ ਨੂੰ ਕੀ ਮਿਲੇਗਾ। ਜੇ ਝੋਲੀ, ਜੇ ਭਾਂਡਾ ਖਾਲੀ ਹੋਵੇਗਾ, ਭਾਂਡਾ ਸਿੱਧਾ ਹੋਵੇਗਾ ਤਾਂ ਹੀ ਭਾਂਡੇ ਵਿੱਚ ਕੁਝ ਪਵੇਗਾ ਨਾ। ਜੇ ਭਾਂਡਾ ਪਹਿਲਾਂ ਹੀ ਹੰਕਾਰ ਨਾਲ ਭਰਿਆ ਹੋਵੇ ਤੇ ਭਾਂਡੇ ਵਿੱਚ ਕੀ ਪਵੇਗਾ, ਕੁਝ ਪੈ ਨਹੀਂ ਸਕਦਾ, ਟਿਕ ਨਹੀਂ ਸਕਦਾ। ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਤਰ੍ਹਾਂ ਸੇਵਾ ਕਰਦੇ ਨੇ। ਤੇ ਲਾਹੌਰ ਦੀ ਧਰਤੀ ਤੋਂ ਕੁਝ ਕੇ ਰਿਸ਼ਤੇਦਾਰ ਇਸ ਇਲਾਕੇ ਵਿੱਚ ਆਏ ਹੁੰਦੇ ਨੇ। ਉਹਨਾਂ ਮਨ ਵਿੱਚ ਫੁਰਨਾ ਆਇਆ ਕਿ ਇੱਥੇ ਗੁਰੂ ਨਾਨਕ ਦੀ ਗੱਦੀ ਦੇ ਤੀਸਰੇ ਵਾਰਿਸ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੇ ਉਹਨਾਂ ਦੇ ਜਵਾਈ ਜੇਠਾ ਸਾਡੀ ਕੁਲ ਦੇ ਵਿੱਚੋਂ ਹੈ, ਸੋਢੀਆਂ ਦੇ ਕੁਲ ਦੇ ਵਿੱਚੋਂ ਹੈ, ਸਾਡੇ ਸ਼ਰੀਕੇ ਵਿੱਚੋਂ ਹੈ, ਕਿਉਂ ਨਾ ਉਹਨੂੰ ਮਿਲ ਜਾਈਏ। ਤੇ ਕਹਿੰਦੇ ਜਦੋਂ ਗੁਰੂ ਘਰ ਦੇ ਵਿੱਚ ਆਏ, ਗੁਰੂ ਘਰ ਵਿੱਚ ਕਾਰ ਸੇਵਾ ਚੱਲ ਰਹੀ ਸੀ। ਜਦੋਂ ਭਾਈ ਜੇਠਾ ਜੀ ਦੇ ਭਾਵ ਗੁਰੂ ਰਾਮਦਾਸ ਜੀ ਦੇ ਰਿਸ਼ਤੇਦਾਰ ਗੁਰੂ ਘਰ ਵਿੱਚ ਆਉਂਦੇ ਨੇ ਤੇ ਆ ਕੇ ਵੇਖਦੇ ਨੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸਾਰੇ ਵਸਤਰ ਉਹ ਗਾਰ ਦੇ ਨਾਲ ਲਿਬੜੇ ਹੁੰਦੇ ਨੇ, ਗਾਰ ਲੱਗੀ ਹੁੰਦੀ ਹੈ। ਸਿਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੋਕਰੀ ਚੱਕੀ ਹੋਈ ਹੈ, ਸੇਵਾ ਦੇ ਵਿੱਚ ਰੁੱਝੇ ਹੋਏ ਨੇ। ਤੇ ਜਦੋਂ ਆ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲ ਖੜਦੇ ਨੇ ਤੇ ਆ ਕੇ ਕਹਿੰਦੇ ਨੇ ਵੀ ਤੂੰ ਸਾਡੀ ਕੁਲ ਵਿੱਚ ਜਨਮ ਕਿਉਂ ਲਿਆ, ਤੂੰ ਸਾਡੇ ਵੰਸ਼ ਵਿੱਚ, ਸਾਡੀ ਕੁਲ ਵਿੱਚ ਜਨਮ ਲੈ ਕਰਕੇ ਤੂੰ ਸਾਡੀ ਕੁਲ ਦਾ ਨਾਮ ਬਦਨਾਮ ਕਰ ਦਿੱਤਾ ਹੈ। ਕਹਿੰਦੇ ਇਹ ਬੋਲ ਜਦੋਂ ਕਹੇ ਤਾਂ ਵੀ ਗੁਰੂ ਰਾਮਦਾਸ ਜੀ ਨੇ ਗੁੱਸਾ ਨਹੀਂ ਕੀਤਾ, ਕ੍ਰੋਧ ਨਹੀਂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਰੱਬੀ ਰੰਗ ਵਿੱਚ ਸਰੂਰੇ ਆਪਣੀ ਸੇਵਾ ਵਿੱਚ ਹੀ ਰੁੱਝੇ ਰਹੇ। ਇਹੋ ਸੇਵਾਦਾਰਾਂ ਦੀ ਨਿਸ਼ਾਨੀ ਹੁੰਦੀ ਹੈ। ਸੇਵਾਦਾਰ ਸੇਵਾ ਕਰਦਾ ਹੋਵੇ ਨਾ, ਤੇ ਪਿਆਰ ਵਾਲਿਓ ਸੇਵਾਦਾਰ ਸੱਚੀ ਮੁੱਚੀ ਗੁਰੂ ਨਾਨਕ ਨੂੰ ਸਮਰਪਿਤ ਹੋਵੇ। ਕੋਈ ਜਿੰਨਾ ਮਰਜ਼ੀ ਗਲਤ ਬੋਲ ਜਾਵੇ, ਨਿੰਦਾ ਕਰ ਜਾਵੇ, ਸੇਵਾਦਾਰ ਆਪਣੀ ਸੇਵਾ ਨਹੀਂ ਛੱਡਦਾ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਕਹਿੰਦੇ ਜੇ ਤੂੰ ਸੇਵਾ ਕਰ ਰਿਹਾ, ਤੈਨੂੰ ਕੋਈ ਮਾੜਾ ਬੋਲ ਵੀ ਗਿਆ ਤੇ ਤੂੰ ਆਪਣਾ ਗੁਣ ਨਾ ਛੱਡਦੀ ਭਲਿਆ, ਬਲਕਿ ਸੇਵਾ ਕਰੀ, ਸਿਮਰਨ ਕਰੀ। ਤੇਰੀ ਸੇਵਾ ਇੱਕ ਦਿਨ ਨਿੰਦਕ ਨੂੰ ਵੀ ਤਾਰ ਦੇਵੇਗੀ। ਤੇਰੀ ਸੇਵਾ ਤੇਰੇ ਬਾਰੇ ਮਾੜਾ ਬੋਲਣ ਵਾਲਿਆਂ ਦੇ ਵੀ ਮਨ ਬਦਲ ਦੇਵੇਗੀ। ਕਹਿੰਦੇ ਸਤਿਗੁਰੂ ਦੇ ਚਿਹਰੇ ਦੇ ਉੱਤੇ ਕੋਈ ਫਰਕ ਨਾ ਪਿਆ, ਸੇਵਾ ਵਿੱਚ ਰੁੱਝੇ ਰਹੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬੋਲ ਸੁਣ ਲਏ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਜਦੋਂ ਉਹਨਾਂ ਸ਼ਰੀਕਾਂ ਨੇ ਵੇਖਿਆ ਕਿ ਕਹਿਣ ਲੱਗੇ ਇਹ ਤੇ ਅਣਜਾਣ ਹੈ, ਇਹ ਤੇ ਨਿਆਣ ਮਤ ਹੈ, ਇਹਨੂੰ ਸਮਝ ਕੋਈ ਨਹੀਂ, ਪਰ ਤੁਹਾਡਾ ਜਵਾਈ ਹੈ, ਤੁਸੀਂ ਆਪਣੇ ਜਵਾਈ ਤੋਂ ਸਿਰ ਦੇ ਉੱਤੇ ਗਾਰ ਚੁਕਵਾ ਰਹੇ ਹੋ, ਇਹਦੇ ਵਸਤਰ ਮਿੱਟੀ ਦੇ ਨਾਲ ਲਿਬੜੇ ਹੋਏ ਨੇ, ਇਹ ਕਿਹੋ ਜਿਹੀ ਕਾਰ ਤੁਸੀਂ ਇਸ ਘਰ ਦੇ ਵਿੱਚ ਕਮਾ ਰਹੇ ਹੋ। ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੁਸੀਂ ਇਸ ਰੱਬ ਦੀ ਬਖਸ਼ਿਸ਼ਾਂ ਦੇ ਮਾਲਕ ਭਾਈ ਜੇਠੇ ਨੂੰ ਕਿਹਾ ਤੂੰ ਸਾਡੀ ਕੁਲ ਦਾ ਨਾਮ ਬਦਨਾਮ ਕਰ ਦਿੱਤਾ, ਪਰ ਚੇਤੇ ਰੱਖਿਓ ਜੇ ਇਹ ਤੁਹਾਡੀ ਕੁਲ ਵਿੱਚ ਜਨਮ ਨਾ ਲੈਂਦੇ ਗਿਰਤ ਨਰਕਮੇ ਪਿੱਤਰ ਤੁਮਾਰੇ, ਤੁਹਾਡੇ ਪਿੱਤਰ ਵੀ ਨਰਕਾਂ ਵਿੱਚ ਗਿਰਨੇ ਸਨ। ਅੱਜ ਇਸ ਭਾਈ ਜੇਠੇ ਦੀ ਕਮਾਈ ਦਾ ਸਦਕਾ ਤੁਹਾਡੀ ਸੋਢੀ ਕੁਲ ਵੀ ਜੁਗਾ ਜੁਗਾ ਤੱਕ ਪੂਜੀ ਜਾਵੇਗੀ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਸਤਿਗੁਰੂ ਨੇ ਕਿਹਾ ਸੋਢੀਆਂ ਦੀ ਕੁਲ ਉਹ ਰੁਸ਼ਨਾਈ ਗਈ ਜੇ ਭਾਈ ਜੇਠੇ ਨੇ ਜਨਮ ਲਿਆ। ਸਤਿਗੁਰੂ ਕਹਿੰਦੇ ਤੁਸੀਂ ਕਹਿੰਦੇ ਹੋ ਮੈਂ ਇਹਦੇ ਸਿਰ ਦੇ ਉੱਤੇ ਗਾਰ ਚੁਕਵਾਈ ਹੈ, ਟੋਕਰੀ ਚੁਕਵਾਈ ਹੈ, ਇਹ ਗਾਰ ਨਹੀਂ, ਇਹ ਟੋਕਰੀ ਨਹੀਂ, ਬਲਕਿ ਉਸ ਖੁਦਾ ਦੀ ਦਰਗਾਹ ਦਾ ਨਿਰੰਜਨੀ ਛਤਰ ਇਹਦੇ ਸਿਰ ਤੇ ਝੁੱਲ ਰਿਹਾ। ਗੁਰੂ ਘਰ ਦੇ ਵਿੱਚ ਛਤਰ ਹੈ ਖਾਲਸਾ ਜੀ, ਜਿਹੜਾ ਗੁਰੂ ਘਰ ਵਿੱਚ ਆ ਕੇ ਆਪਣੇ ਸਿਰ ਤੇ ਗੁਰੂ ਘਰ ਦੇ ਵਿੱਚ ਟੋਕਰੀਆਂ ਚੁੱਕਦਾ ਹੈ, ਜਿਹੜਾ ਗੁਰੂ ਘਰ ਵਿੱਚ ਆ ਕੇ ਜੁੱਠੇ ਭਾਂਡੇ ਮਾਂਜਦਾ ਹੈ। ਸਤਿਗੁਰੂ ਗੁਰੂ ਅਮਰਦਾਸ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਇਹਦੇ ਵਸਤਰਾਂ ਦੇ ਉੱਤੇ ਮਿੱਟੀ ਲੱਗੀ ਹੈ, ਗਾਰ ਲੱਗੀ ਹੈ, ਚੇਤੇ ਰੱਖਿਓ ਐਸੇ ਭਾਈ ਜੇਠੇ ਦੇ ਘਰ ਵਿੱਚ ਰਹਿਮਤ ਬਖਸ਼ਿਸ਼ ਵਰਤੇਗੀ ਜਿਹੜੇ ਵਸਤਰਾਂ ਦੇ ਉੱਤੇ ਅੱਜ ਗਾਰ ਲੱਗੀ ਹੈ, ਮਿੱਟੀ ਲੱਗੀ ਹੈ, ਗੁਰੂ ਨਾਨਕ ਦੀ ਕਿਰਪਾ ਦੇ ਨਾਲ ਇਹਦੇ ਵਸਤਰਾਂ ਦੇ ਉੱਤੇ ਰੱਬ ਦੀ ਦਰਗਾਹ ਦੇ ਇਲਾਹੀ ਇਤਰ ਛਿੜਕੇ ਜਾਣਗੇ, ਜਿਹੜੇ ਇਤਰਾਂ ਦੀ ਮਹਿਕ ਦੁਨੀਆ ਦਾ ਸੰਸਾਰ ਦਾ ਤਖਤਾ ਕਦੇ ਮਿਟਾ ਨਹੀਂ ਸਕੇਗਾ। ਜਦੋਂ ਖਾਲਸਾ ਜੀ ਹਰਮੰਦਰ ਸਾਹਿਬ ਅੱਜ ਵੀ ਸੇਵਾ ਹੁੰਦੀ ਹੈ ਨਾ, ਅੱਜ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਵੀ ਗੁਰੂ ਸਾਹਿਬ ਖੁਦ ਵਰਤਦੇ ਨੇ, ਗੁਰੂ ਰਾਮਦਾਸ ਖੁਦ ਵਰਤਦੇ ਨੇ। ਹਰਮੰਦਰ ਸਾਹਿਬ ਕਦੇ ਜਾਓ ਤੇ ਸੇਵਾ ਵਿੱਚ ਹਾਜ਼ਰੀ ਜ਼ਰੂਰ ਲਾਇਆ ਕਰੋ। ਜਿਹੜੀ ਉੱਥੇ ਵਿਛਾਈ ਦੀ ਸੇਵਾ ਹੁੰਦੀ ਹੈ ਜਾਂ ਅੰਮ੍ਰਿਤ ਵੇਲੇ ਇਸ਼ਨਾਨ ਦੀ ਸੇਵਾ ਹੁੰਦੀ ਹੈ, ਅਨੁਭਵ ਕਰਿਓ, ਮੇਰੇ ਕਹਿਣ ਤੇ ਨਾ ਜਾਇਓ। ਉਸ ਸੇਵਾ 'ਚ ਗੁਰੂ ਰਾਮਦਾਸ ਨੇ ਕਈ ਵਾਰ ਹਾਜ਼ਰੀ ਭਰਵਾਈ। ਉਹ ਸੇਵਾ ਜਦੋਂ ਸੇਵਕ ਕਰਦੇ ਨੇ ਨਾ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਸਤਰ ਬਦਲਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਪੀੜਾ ਸਾਹਿਬ ਦੇ ਉੱਤੇ ਜਿਹੜੇ ਤੋਲੀਏ ਦੀ ਵਿਛਾਈ ਹੁੰਦੀ ਹੈ, ਗੱਦੀਆਂ ਦੀ ਵਿਛਾਈ ਹੁੰਦੀ ਹੈ ਨਾ, ਉਹਨਾਂ ਵਸਤਰਾਂ ਦੇ ਵਿੱਚੋਂ ਸਾਲ ਸਾਲ ਭਰ ਵੀ ਮਹਿਕ ਨਹੀਂ ਜਾਂਦੀ, ਖੁਸ਼ਬੂ ਕਿਤੇ ਦੂਰ ਨਹੀਂ ਜਾਂਦੀ। ਸਿੰਘ ਸਾਹਿਬਾਂ ਨੂੰ ਬੇਨਤੀ ਕਰਕੇ ਇੱਕ ਵਾਰ ਦਾਸ ਨੇ ਵੀ ਉੱਥੋਂ ਦਾ ਇੱਕ ਵਸਤਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰੋਂ ਲਿਆਂਦਾ ਸੀ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਅੰਗੀਕਾਰ ਕੀਤਾ ਜਾਂਦਾ ਹੈ। ਇਹ ਮੇਰਾ ਨਿੱਜੀ ਅਨੁਭਵ ਹੈ ਕਿ ਅੱਜ ਤੱਕ ਵੀ ਜਦੋਂ ਉਸ ਵਸਤਰ ਨੂੰ ਨਮਸਕਾਰ ਕਰੀਦੀ ਹੈ ਤੇ ਅੱਜ ਵੀ ਉਹੀ ਮਹਿਕ ਆਉਂਦੀ ਹੈ ਜਿਹੜੀ ਮਹਿਕ ਪਹਿਲੇ ਦਿਨ ਆਉਂਦੀ ਸੀ, ਕਿਉਂਕਿ ਉੱਥੇ ਸੰਸਾਰ ਦੇ ਇਤਰ ਨਹੀਂ, ਉੱਥੇ ਰੱਬ ਦੇ ਘਰ ਦੇ ਨਾਮ ਦੀ ਮਹਿਕ ਵਰਤਦੀ ਹੈ, ਰੱਬ ਦੇ ਘਰ ਦੀ ਇਲਾਹੀ ਪ੍ਰਸੰਨਤਾ ਵਰਤਦੀ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਦਰਗਾਹੀ ਬਚਨ ਕੀਤੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਹੁਤ ਸਮਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਬਿਤਾਇਆ। ਸਤਿਗੁਰੂ ਨੇ ਆ ਨੇੜੇ ਕੁਰੂਕਸ਼ੇਤਰ ਹੈ, ਕੁਰੂਕਸ਼ੇਤਰ ਦਾ ਜ਼ਿਕਰ ਵੀ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਕੀਤਾ। ਸਤਿਗੁਰੂ ਨੇ ਬਚਨ ਵਰਤੇ, ਨਾਵਣ ਪੂਰਬ ਤੀਰਥੀ ਗੁਰ ਸਤਿਗੁਰ ਦਰਸ ਭਇਆ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸ ਵਕਤ ਲਗਭਗ 22 ਸਾਲ ਦੀ ਉਮਰ ਹੋਵੇਗੀ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਅਮਰਦਾਸ ਜੀ ਨੇ ਨਾ
ਇੱਕ ਵਾਰ ਤੀਰਥਾਂ ਦੀ ਯਾਤਰਾ ਦੁਬਾਰਾ ਕਰਨ ਦਾ ਫੁਰਨਾ ਮਨ ਵਿੱਚ ਜਗਾਇਆ। ਤੀਰਥਾਂ ਦੀ ਯਾਤਰਾ ਇਸ ਕਰਕੇ ਨਹੀਂ ਵੀ ਕੋਈ ਵਿਖਾਵਾ, ਕੋਈ ਕਰਮ ਕੰਡ, ਬਲਕਿ ਨਾਮ ਦਾ ਹੋਕਾ ਦੇਣ ਲਈ। ਹੁਣ ਜਿਸ ਕੁਰੂਸ਼ੇਤਰ ਦੀ ਧਰਤੀ ਤੇ ਬ੍ਰਹਮ ਸਰੋਵਰ ਹੈ, ਜਿੱਥੇ ਕਦੇ ਗੁਰੂ ਨਾਨਕ ਸਾਹਿਬ ਨੇ ਮੁਬਾਰਕ ਚਰਨ ਪਾਏ ਤੇ ਭਾਈ ਨਾਨੂ ਪੰਡਤ ਨੂੰ ਤਾਰਿਆ, ਜਿਸ ਜਗ੍ਹਾ ਦੇ ਉੱਤੇ ਕਲਗੀਧਰ ਸੁਆਮੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਵਾਰ ਚਰਨ ਪਾਏ ਤੇ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੰਦਨਨਾਥ ਜੋਗੀ ਨੂੰ ਤਾਰਿਆ। ਮੈਂ ਥੋੜੀ ਜਿਹੀ ਬੇਨਤੀ ਕਰਾਂ ਕਿ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆਏ ਨਾ, ਬ੍ਰਹਮ ਸਰੋਵਰ ਦੇ ਕੋਲ ਕਲਗੀਧਰ ਪਾਤਸ਼ਾਹ ਦਾ ਸਥਾਨ ਹੈ। ਕਹਿੰਦੇ ਵੀ ਜੋਗੀਆਂ ਨੂੰ ਪਤਾ ਲੱਗਾ ਵੀ ਕਲਗੀਆਂ ਵਾਲੇ, ਬਾਜਾਂ ਵਾਲੇ, ਫੌਜਾਂ ਵਾਲੇ ਸਤਿਗੁਰੂ ਆਏ, ਵੀ ਕਿਉਂ ਨਾ ਜਾ ਕੇ ਲੰਗਰ ਦੀ ਪਰਖ ਕਰੀਏ। ਚੰਦਨਨਾਥ ਜੋਗੀ ਬੜਾ ਹੰਕਾਰੀ ਸੀ, ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਦਾ ਚੱਲਦਾ ਲੰਗਰ ਤੇ ਲੰਗਰ ਦੀ ਕਰਨੀ ਹੈ ਪਰਖ। ਆਪਣੇ ਨਾਲ ਜੋਗੀਆਂ ਨੂੰ ਲੈ ਲਿਆ ਤੇ ਇੱਕ ਮਦਨਨਾਥ ਜੋਗੀ ਹੋਰ ਸੀ, ਉਹਨੂੰ ਕਹਿਣ ਲੱਗਾ ਵੀ ਚੱਲ ਚੱਲ ਕੇ ਗੁਰੂ ਗੋਬਿੰਦ ਸਿੰਘ ਦੇ ਲੰਗਰ ਦੀ ਪਰਖ ਕਰੀਏ। ਮਦਨਨਾਥ ਜੋਗੀ ਕਹਿਣ ਲੱਗਾ ਵੀ ਭਾਈ ਜੋਗੀ, ਗੱਲ ਇੱਦਾਂ ਹੈ, ਤੂੰ ਜਿਹਦੇ ਘਰ ਨਾਲ ਟੱਕਰ ਲੈਣ ਜਾ ਰਿਹਾ, ਚੇਤੇ ਰੱਖੀ ਗੁਰੂ ਨਾਨਕ ਦਾ ਘਰ ਹੈ, ਤੇ ਉਸ ਗੁਰੂ ਨਾਨਕ ਦੇ ਘਰ ਵਿੱਚ ਤੂੰ ਕਰਾਮਾਤਾਂ ਵਿਖਾਉਣ ਜਾ ਰਿਹਾ, ਜਿਹੜਾ ਕਰਾਮਾਤਾਂ ਵੰਡਣ ਵਾਲਾ ਮਾਲਕ ਹੈ। ਕਹਿੰਦੇ ਤੈਨੂੰ ਤੇ ਆਪਣੀ ਇੱਕ ਅੱਧੀ ਰਿੱਧੀ ਸਿੱਧੀ ਤੇ ਕਰਾਮਾਤ ਤੇ ਮਾਣ ਹੈ, ਚੇਤੇ ਰੱਖੀ ਗੁਰੂ ਗੋਬਿੰਦ ਸਿੰਘ ਉਸ ਸ਼ਖਸੀਅਤ ਦਾ ਨਾਮ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਜੇ ਕਰਾਮਾਤਾਂ ਦੀ ਗੱਲ ਕਰਾਂ ਤੇ ਉੱਥੇ ਕਰਾਮਾਤਾਂ ਦਾ ਸਮੁੰਦਰ ਭਰਿਆ ਪਿਆ, ਤੇ ਚੰਦਨਨਾਥ ਜੋਗੀ ਤੇਰੀ ਕਰਾਮਾਤ ਤੇ ਇਸ ਤਰ੍ਹਾਂ ਜਿੱਦੇ ਕਿਸੇ ਨੇ ਅੱਧਾ ਚਮਚ ਪਾਣੀ ਦਾ ਭਰਿਆ ਹੋਵੇ, ਤੇ ਤੂੰ ਸਮੁੰਦਰ ਨੂੰ ਜਾ ਕੇ ਅੱਧੇ ਚਮਚ ਪਾਣੀ ਭਰੇ ਹੋਏ ਦੀ ਹੰਕਾਰ ਦੀ ਬੋਲੀਆਂ ਦੇ ਨਾਲ ਡਰਾ ਨਹੀਂ ਸਕਦਾ। ਫਿਰ ਵੀ ਨਹੀਂ ਸਮਝਿਆ। ਕਲਗੀਆਂ ਵਾਲੇ ਪਾਤਸ਼ਾਹ ਦੇ ਲੰਗਰ ਵਿੱਚ ਗਿਆ, ਸਿੱਖ ਲੰਗਰ ਵਰਤਾ ਰਹੇ ਸਨ, ਪੰਗਤ ਵਿੱਚ ਬੈਠ ਗਿਆ। ਕਹਿੰਦੇ ਜਦੋਂ ਲੰਗਰ ਵਰਤਾਉਣ ਵਾਲੇ ਸੇਵਾਦਾਰ ਆਏ, ਰਿੱਧੀਆਂ ਸਿੱਧੀਆਂ ਦੇ ਨਾਲ ਮੰਤਰ ਪੜ੍ਹੀ ਗਿਆ, ਤੇ ਕਹਿੰਦੇ ਜਦੋਂ ਦਾਲ ਵਰਤਾਉਣ ਤੇ ਇਹਦੇ ਭਾਂਡੇ ਵਿੱਚ ਦਾਲ ਪਾਉਣ ਤੇ ਇਹਦਾ ਭਾਂਡਾ ਭਰੇ ਹੀ ਨਾ। ਉਹ ਜਿਹੜਾ ਵੀ ਪਦਾਰਥ ਪਾਈ ਜਾਣੀ ਦਾ ਭਾਂਡਾ ਭਰਦਾ ਹੀ ਨਹੀਂ ਸੀ। ਬੜਾ ਖੁਸ਼ ਹੋਇਆ, ਜੀ ਮੈਂ ਲੰਗਰ ਦੇ ਵਿੱਚ ਤੋਟ ਲੈ ਆਵਾਂਗਾ। ਪਰ ਇਹਨੂੰ ਅਣਜਾਣ ਨੂੰ ਕੌਣ ਦੱਸੇ ਵੀ ਗੁਰੂ ਨਾਨਕ ਸਾਹਿਬ ਦਾ ਚਲਾਇਆ ਲੰਗਰ, ਇਹਦੇ ਵਿੱਚ ਤੋਟ ਨਹੀਂ ਆਉਂਦੀ। ਕਲਗੀਆਂ ਵਾਲੇ ਪਾਤਸ਼ਾਹ ਕੋਲ ਸਿੱਖ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਪਏ ਤੇ ਭਾਈ ਦਇਆ ਸਿੰਘ ਨੂੰ ਇਸ਼ਾਰਾ ਕੀਤਾ ਵੀ ਜਾਓ ਜਾ ਕੇ ਉਹਨਾਂ ਨੂੰ ਲੰਗਰ ਦੇ ਨਾਲ ਭਰਪੂਰ ਕਰ ਦਿਓ। ਹੁਣ ਭਾਈ ਦਇਆ ਸਿੰਘ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਮੱਥਾ ਟੇਕ ਕੇ ਦਾਲ ਦੀ ਬਾਲਟੀ ਲੈ ਕਰਕੇ ਨਾ ਖਾਲਸਾ ਜੀ ਜਦੋਂ ਜੋਗੀਆਂ ਦੇ ਸਾਹਮਣੇ ਆਏ, ਭਾਈ ਦਇਆ ਸਿੰਘ ਨੇ ਕਿਹਾ ਦਾਲਾ ਵਾਹਿਗੁਰੂ। ਜਦੋਂ ਦਾਲਾ ਵਾਹਿਗੁਰੂ ਕਹਿ ਕੇ ਹਜੇ ਕੜਛੀ ਅੱਧੀ ਹੀ ਹੇਠਾਂ ਨੂੰ ਕੀਤੀ, ਕਹਿੰਦੇ ਪਦਾਰਥ ਭਾਂਡੇ ਵਿੱਚ ਪੈਣ ਤੋਂ ਪਹਿਲਾਂ ਹੀ ਬਾਹਰ ਨੂੰ ਆਉਣ ਨੂੰ ਹੋ ਗਿਆ, ਭਾਂਡਾ ਆਪਣੇ ਆਪ ਹੀ ਭਰ ਗਿਆ। ਬੜਾ ਸ਼ਰਮਿੰਦਾ ਹੋਇਆ, ਚਰਨਾਂ ਤੇ ਨਮਸਕਾਰ ਕਰ ਦਿੱਤੀ। ਭਾਈ ਦਇਆ ਸਿੰਘ ਕਹਿਣ ਲੱਗੇ ਮੈਂ ਤੇ ਗੁਰੂ ਕਾ ਕੂਕਰਾਂ, ਜਾ ਕੇ ਕਲਗੀਆਂ ਵਾਲੇ ਦੇ ਚਰਨਾਂ ਨੂੰ ਜੱਫਾ ਪਾ। ਇਹ ਗੁਰੂ ਕਾ ਲੰਗਰ ਹੈ। ਅੱਜ ਵੀ ਜਦੋਂ ਲੰਗਰ ਵਰਤਾਉਂਦੇ ਕਹਿੰਦੇ ਦਾਲਾ ਵਾਹਿਗੁਰੂ, ਪ੍ਰਸ਼ਾਦਾ ਵਾਹਿਗੁਰੂ। ਕਿਉਂ? ਕਈ ਵਾਰ ਕਹਿੰਦੇ ਵੀ ਦਾਲਾ ਤਾਂ ਠੀਕ ਹੈ, ਨਾਲ ਵਾਹਿਗੁਰੂ ਕਿਉਂ ਕਹਿੰਦੇ ਨੇ? ਉਹ ਇਸ ਕਰਕੇ ਕਹਿੰਦੇ ਨੇ ਭਾਈ ਭੁੱਖ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੈ ਆਤਮਕ ਭੁੱਖ, ਇੱਕ ਹੈ ਸਰੀਰਕ ਭੁੱਖ। ਆ ਸਰੀਰ ਦੀ ਭੁੱਖ ਤੇ ਬੁੱਝ ਜਾਵੇਗੀ ਬਾਹਰਲੇ ਪ੍ਰਸ਼ਾਦੇ ਨਾਲ, ਪਰ ਗੁਰੂ ਨਾਨਕ ਦਾ ਲੰਗਰ ਕੱਲੀ ਬਾਹਰਲੀ ਭੁੱਖ ਨਹੀਂ ਮਿਟਾਉਂਦਾ, ਅੰਦਰ ਦੀ ਭੁੱਖ ਵੀ ਮਿਟਾਉਂਦਾ। ਹੱਥ ਵਿੱਚ ਪ੍ਰਸ਼ਾਦਾ ਪਕੜਾਉਂਦਾ ਵੀ ਆ ਪ੍ਰਸ਼ਾਦਾ ਛਕ ਕੇ ਸਰੀਰਕ ਭੁੱਖ ਦੂਰ ਕਰ ਲੈ, ਨਾਲ ਵਾਹਿਗੁਰੂ ਦਾ ਹੋਕਾ ਸੇਵਾਦਾਰ ਵੱਲੋਂ ਦਿੱਤਾ ਜਾਂਦਾ ਵੀ ਪ੍ਰਸ਼ਾਦਾ ਛਕਦੇ ਛਕਦੇ ਵਾਹਿਗੁਰੂ ਕਹਿ ਲਈ। ਵਾਹਿਗੁਰੂ ਕਿਹਾ ਤੇਰੇ ਅੰਦਰ ਦੇ ਦੁੱਖ ਦੂਰ ਹੋ ਜਾਣਗੇ, ਤੇਰੇ ਅੰਦਰ ਦੀ ਭੁੱਖ ਮਿਟ ਜਾਵੇਗੀ। ਜਿਸ ਕੁਰੂਸ਼ੇਤਰ ਦੀ ਧਰਤੀ ਤੇ ਪਾਤਸ਼ਾਹੀਆਂ ਨੇ ਮੁਬਾਰਕ ਚਰਨ ਪਾਏ, ਅੱਜ ਗੁਰੂ ਅਮਰਦਾਸ ਜੀ ਆਏ, ਸਿੱਧ ਮੰਡਲੀਆਂ ਆਈਆਂ। ਕਹਿੰਦੇ 6 ਭੇਸ ਦੇ ਸਾਧੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਵੱਖ-ਵੱਖ ਵਿਚਾਰ ਚਰਚਾ ਕਰਨ ਲੱਗੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਸਦਾ ਨਾਮ ਦਾ, ਬੰਦਗੀ ਦਾ, ਇਬਾਦਤ ਦਾ, ਭਜਨ ਦਾ ਹੋਕਾ ਦਿੰਦੇ ਹੋ, ਸੇਵਾ ਦਾ ਹੋਕਾ ਦਿੰਦੇ ਹੋ, ਪਰ
ਸੰਸਾਰ ਦੇ ਵਿੱਚ ਰਹਿ ਕੇ ਕਾਰ ਵਿਹਾਰ ਨਹੀਂ ਹੁੰਦੇ, ਸੰਸਾਰ ਵਿੱਚ ਰਹਿ ਕੇ ਭਗਤੀ ਨਹੀਂ ਹੁੰਦੀ, ਸੰਸਾਰ ਵਿੱਚ ਰਹਿ ਕੇ ਬੰਦਗੀ ਨਹੀਂ ਹੁੰਦੀ, ਸਿਮਰਨ ਨਹੀਂ ਹੁੰਦਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਧੋ ਜਰਾ ਇਹ ਦੱਸੋ, ਉਹ ਸੂਰਮਾ, ਉਹ ਪਹਿਲਵਾਨ ਕਾਹਦਾ ਹੋਇਆ ਜਿਹੜਾ ਅਖਾੜਾ ਵੇਖ ਕੇ ਭੱਜ ਜਾਵੇ? ਹੁਣ ਕੋਈ ਕੁਸ਼ਤੀ ਲੜਨ ਵਾਲਾ ਪਹਿਲਵਾਨ ਹੋਵੇ ਤੇ ਕੱਲਾ ਕਮਰੇ ਦੇ ਵਿੱਚ ਬੈਠ ਕੇ ਵੱਡੀਆਂ ਵੱਡੀਆਂ ਬਾਤਾਂ ਪਾਵੇ ਵੀ ਅਖਾੜੇ ਵਿੱਚ ਜਿਹੜਾ ਮਰਜ਼ੀ ਪਹਿਲਵਾਨ ਆ ਜੇ ਮੈਂ ਉਹਨੂੰ ਧੂੜ ਚਟਾ ਦਿਆਂਗਾ, ਤੇ ਜਦੋਂ ਸਾਹਮਣੇ ਅਖਾੜੇ ਵਿੱਚ ਲੜਨ ਦੀ ਵਾਰੀ ਆਵੇ ਤੇ ਪਛਾਂ ਜੰਗਲ ਨੂੰ ਭੱਜ ਜਾਵੇ। ਸਤਿਗੁਰੂ ਗੁਰੂ ਅਮਰਦਾਸ ਕਹਿੰਦੇ, ਜੰਗਲ ਦੇ ਵਿੱਚ ਬਹਿ ਕੇ ਰੱਬ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ, ਪਰ ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਪਰਿਵਾਰ ਨੂੰ ਪਾਲਦੇ ਹੋਏ ਉਸ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਰੱਬ ਦੀ ਭਗਤੀ ਕਰਨੀ ਬੜੀ ਔਖੀ ਹੈ। ਆਖਣ ਔਖਾ ਸਾਚਾ ਨਾਉ, ਰੱਬ ਦਾ ਨਾਮ ਲੈਣਾ ਬੜਾ ਔਖਾ ਹੈ। ਗ੍ਰਿਸ਼ਤ ਦੇ ਵਿੱਚ ਰਿਆਂ ਕਾਰ ਵਿਹਾਰ ਕਰਦਿਆਂ ਭਗਤੀ ਕਰਨੀ, ਉਹ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਇਸ ਤਰ੍ਹਾਂ ਮੇਰੇ ਪ੍ਰੀਤਮ ਨੇ, ਮੇਰੇ ਪਿਆਰੇ ਨੇ ਇਸ ਤਰ੍ਹਾਂ ਬਚਨ ਕਹੇ, ਉਹ ਜੋਗੀ ਜਨ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਏ। ਮੇਰੇ ਕਹਿਣ ਤੋਂ ਭਾਵ ਕਿ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਬਹੁਤ ਸਮਾਂ ਗੁਰੂ ਰਾਮਦਾਸ ਜੀ ਨੇ ਬਤੀਤ ਕੀਤਾ। ਇਹੋ ਕਾਰਨ ਹੈ ਕਿ ਬਾਅਦ ਵਿੱਚ ਆਪਾਂ ਸਾਰੇ ਉਸ ਇਤਿਹਾਸਕ ਘਟਨਾ ਤੋਂ ਜਾਣੂ ਹਾਂ, ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਤੇ ਦੂਸਰੇ ਜਵਾਈ ਭਾਈ ਰਾਮਾ ਜੀ ਦੀ ਪਰਖ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੁਰਿਆਈ ਦਾ ਤਿਲਕ ਲਾਉਣਾ। ਕਹਿੰਦੇ ਨੇ ਸਤਿਗੁਰੂ ਗੁਰੂ ਅਮਰਦਾਸ ਜੀ ਇੱਥੋਂ ਕੁਰੂਕਸ਼ੇਤਰ ਤੋਂ, ਪਿਪਲੀ ਤੋਂ, ਕਰਨਾਲ, ਸ਼ਾਮਲੀ ਤੋਂ ਹੁੰਦਿਆਂ ਯਾਤਰਾ ਕਰਦਿਆਂ ਵਾਪਸ ਫਿਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੇ। ਸਤਿਗੁਰੂ ਨੇ ਫਿਰ ਉਪਦੇਸ਼ ਕੀਤਾ, ਦੋਵੇਂ ਹੀ ਜਵਾਈ ਸਿੱਖਾਂ ਨੂੰ ਬੁਲਾਇਆ ਤੇ ਮਹਾਰਾਜ ਨੇ ਕਿਹਾ, ਭਾਈ ਇੰਨੇ ਫੁੱਟ ਚੌੜਾ, ਇਤਨੇ ਫੁੱਟ ਉੱਚਾ, ਇਤਨੇ ਫੁੱਟ ਲੰਮਾ ਇੱਕ ਥੜਾ ਤਿਆਰ ਕੀਤਾ ਜਾਵੇ। ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਤੇ ਕਿਹਾ, ਸਤ ਬਚਨ ਪਾਤਸ਼ਾਹ ਸਿਰ ਤੇ ਹੱਥ ਰੱਖ ਕੇ ਥੜਾ ਤਿਆਰ ਕਰਵਾ ਲਿਓ। ਤੇ ਭਾਈ ਰਾਮਾ ਜੀ ਕਹਿਣ ਲੱਗੇ, ਪਾਤਸ਼ਾਹ ਇਤਨੇ ਕਾਰ ਵਿਹਾਰ ਕਰਨ ਵਾਲੇ ਸੇਵਕ ਨੇ, ਉਹਨਾਂ ਤੋਂ ਕਰਵਾ ਲਓ। ਸਤ ਬਚਨ ਨਹੀਂ ਕਿਹਾ। ਸੇਵਕ ਦੀ ਨਿਸ਼ਾਨੀ ਹੈ ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਕੈ ਹਿਰਦੈ ਪ੍ਰਵੇਸ਼। ਸਤਿਗੁਰੂ ਨੇ ਕਿਹਾ, ਨਹੀਂ ਥੜਾ ਤੁਹਾਡੇ ਤੋਂ ਹੀ ਤਿਆਰ ਕਰਾਉਣਾ। ਕਹਿੰਦੇ ਪਹਿਲੇ ਦਿਨ ਥੜਾ ਤਿਆਰ ਕੀਤਾ। ਮੈਂ ਸੰਖੇਪ ਜਿਹੀ ਬੇਨਤੀ ਕਰਾਂ ਕਿਉਂਕਿ ਅੱਗੇ ਹੋਰ ਵੀ ਝਲਕ ਮਾਤਰ ਇਤਿਹਾਸ ਗੁਰੂ ਰਾਮਦਾਸ ਜੀ ਦਾ ਆਪਾਂ ਵਾਚਣਾ ਹੈ। ਪਹਿਲੇ ਦਿਨ ਥੜਾ ਤਿਆਰ ਹੋਇਆ, ਗੁਰੂ ਅਮਰਦਾਸ ਜੀ ਆਏ, ਭਾਈ ਰਾਮਾ ਜੀ ਦੇ ਥੜੇ ਨੂੰ ਵੇਖਿਆ, ਕਹਿਣ ਲੱਗੇ ਵੀ ਥੜਾ ਤਿਆਰ ਨਹੀਂ ਸਹੀ ਤਰ੍ਹਾਂ ਹੋਇਆ। ਜਿਸ ਤਰ੍ਹਾਂ ਦਾ ਥੜਾ ਤਿਆਰ ਕਰਨ ਲਈ ਕਿਹਾ ਸੀ ਉਹ ਤਿਆਰ ਨਹੀਂ ਹੋਇਆ। ਤੇ ਭਾਈ ਰਾਮਾ ਜੀ ਨੇ ਮਨ ਵਿੱਚ ਸੋਚਿਆ ਇੱਕ ਵਾਰ ਵੀ ਮੈਂ ਤੇ ਪੂਰੀ ਤਸੱਲੀ ਕੀਤੀ ਹੈ, ਤਿਆਰ ਕਿਉਂ ਨਹੀਂ ਹੋਇਆ। ਫਿਰ ਵੀ ਕਿਹਾ ਵੀ ਚਲੋ ਦੁਬਾਰਾ ਫਿਰ ਕਰਦੇ ਹਾਂ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਦਾ ਥੜਾ ਤਿਆਰ ਕੀਤਾ ਵੇਖਿਆ, ਸਤਿਗੁਰੂ ਨੇ ਉਹੀ ਬਚਨ ਦੁਹਰਾਏ ਵੀ ਜਿਹੜਾ ਥੜਾ ਤਿਆਰ ਕਰਨ ਲਈ ਕਿਹਾ ਸੀ ਉਹ ਥੜਾ ਤਿਆਰ ਨਹੀਂ ਹੋਇਆ। ਗੁਰੂ ਰਾਮਦਾਸ ਜੀ ਨੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ, ਪਾਤਸ਼ਾਹ ਮੈਂ ਅਣਜਾਣ ਹਾਂ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੈਂ ਅਣਜਾਣ ਹਾਂ, ਮੈਨੂੰ ਸੋਝੀ ਦਿਓ ਕਿ ਮੈਂ ਥੜਾ ਤਿਆਰ ਕਰ ਸਕਾਂ। ਦੂਸਰਾ ਦਿਨ ਹੋਇਆ, ਥੜੇ ਢਾਏ ਗਏ, ਦੁਬਾਰਾ ਫਿਰ ਤਿਆਰ ਕੀਤੇ ਗਏ। ਦੂਸਰੇ ਦਿਨ ਫਿਰ ਗੁਰੂ ਅਮਰਦਾਸ ਜੀ ਨੇ ਕਿਹਾ, ਭਾਈ ਥੜਾ ਤਿਆਰ ਨਹੀਂ ਹੋਇਆ। ਦੂਸਰੇ ਦਿਨ ਫਿਰ ਭਾਈ ਰਾਮੇ ਦੇ ਮਨ ਵਿੱਚ ਆਇਆ ਵੀ ਤਸੱਲੀ ਤਾਂ ਪੂਰੀ ਕੀਤੀ ਹੈ। ਸਤਿਗੁਰੂ ਕਹਿਣ ਲੱਗੇ ਦੁਬਾਰਾ ਬਣਾਇਆ ਜਾਵੇ। ਤੀਸਰਾ ਦਿਨ ਹੋਇਆ, ਤੀਸਰੇ ਦਿਨ ਵੀ ਥੜੇ ਢਾਏ, ਥੜੇ ਬਣਾਏ। ਗੁਰੂ ਅਮਰਦਾਸ ਜੀ ਭਾਈ ਰਾਮਾ ਕੋਲ ਆਏ, ਕਹਿਣ ਲੱਗੇ ਵੀ ਥੜਾ ਤਿਆਰ ਨਹੀਂ ਹੋਇਆ। ਕਹਿੰਦੇ ਭਾਈ ਰਾਮੇ ਨੇ ਥੋੜੀ ਸ਼ੈਣੀ ਸਤਿਗੁਰੂ ਵੱਲ ਕਰਕੇ ਕਹਿੰਦਾ, ਬਾਬਾ ਜੀ ਗੱਲ ਇਦਾਂ, ਤੁਹਾਡੀ ਉਮਰ ਹੋ ਗਈ ਹੈ ਬਜ਼ੁਰਗ, ਤੁਸੀਂ ਹੋ ਗਏ ਹੋ ਬਿਰਧ, ਮੈਂ ਤੇ ਥੜਾ ਪੂਰੀ ਤਸੱਲੀ ਨਾਲ ਤਿਆਰ ਕਰਦਾ, 3 ਦਿਨ ਹੋ ਗਏ ਤੁਹਾਨੂੰ ਸਮਝ ਨਹੀਂ ਆਉਂਦੀ, ਹੁਣ ਆਪੇ ਹੀ ਥੜਾ ਤਿਆਰ ਕਰ ਲਓ। ਭਾਵ ਅੰਦਰ ਅਜੇ ਸਿੱਖੀ ਨਹੀਂ ਵਸੀ, ਹਜੇ ਗੁਰੂ ਦਾ ਸਤਕਾਰ ਨਹੀਂ ਵਸਿਆ।
ਸਤਿਗੁਰੂ ਗੁਰੂ ਅਮਰਦਾਸ ਜੀ ਚੁੱਪ ਕਰ ਗਏ, ਕੁਝ ਨਹੀਂ ਕਿਹਾ। ਜਦੋਂ ਭਾਈ ਜੇਠਾ ਜੀ ਕੋਲ ਗਏ, ਮਹਾਰਾਜ ਕਹਿਣ ਲੱਗੇ ਵੀ ਜੇਠਿਆ, ਥੜਾ ਤੇ ਅੱਜ ਵੀ ਤਿਆਰ ਨਹੀਂ ਹੋਇਆ। ਤੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਨੇਤਰਾਂ 'ਚ ਜਲ ਭਰ ਆਇਆ। ਜਲ ਭਰ ਕੇ ਗੁਰੂ ਅਮਰਦਾਸ ਜੀ ਦੇ ਚਰਨ ਫੜ ਲਏ, ਕਹਿਣ ਲੱਗੇ ਪਾਤਸ਼ਾਹ ਮੈਂ ਅਣਜਾਣ ਆ, ਮੇਰੀ ਅਲਪ ਮਤ ਹੈ, ਸੋਝੀ ਨਹੀਂ, ਸੰਸਾਰਕ ਮਤ ਹੈ। ਤੁਸੀਂ ਮੈਨੂੰ ਸਮਝਾਉਂਦੇ ਹੋ, ਮੈਨੂੰ ਫਿਰ ਵੀ ਪੱਲੇ ਨਹੀਂ ਪੈਂਦਾ। ਪਾਤਸ਼ਾਹ ਕਿਰਪਾ ਕਰੋ, ਮੇਰੇ ਗੁਨਾਹਾਂ ਨੂੰ ਬਖਸ਼ ਦਿਓ। ਤੇ ਗੁਰੂ ਅਮਰਦਾਸ ਜੀ ਨੇ ਮੋਢਿਆਂ ਤੋਂ ਚੱਕ ਕੇ ਗਲ ਨਾਲ ਲਾਇਆ, ਕਹਿਣ ਲੱਗੇ ਜੇਠਿਆ, ਜਿਹੜਾ ਥੜਾ ਤਿਆਰ ਕਰਾਉਣਾ ਸੀ ਨਿਮਰਤਾ ਦਾ, ਉਹ ਥੜਾ ਅੱਜ ਤਿਆਰ ਹੋ ਗਿਆ। ਅੱਜ ਨਿਮਰਤਾ ਦਾ ਥੜਾ ਤਿਆਰ ਹੋਇਆ, ਅੱਜ ਤੋਂ ਤੂੰ ਰਾਮ ਦਾ ਦਾਸ ਹੋ ਗਿਆ। ਸਤਿਗੁਰੂ ਨੇ ਕਿਰਪਾ ਕੀਤੀ, ਰਾਮਦਾਸ ਬਣਾ ਦਿੱਤਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਿਆਈ ਗੱਦੀ ਤੇ ਸੁਭਾਏਮਾਨ ਹੋਏ। ਜਿੱਦਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬੋਲੀ ਸਾਹਿਬ ਦੀ ਸੇਵਾ ਕਰਾਈ ਸੀ ਨਾ, ਕਹਿੰਦੇ ਮਾਝੇ ਦੇ ਘਣੇ ਜੰਗਲਾਂ ਦੇ ਵਿੱਚ ਇੱਕ ਬੇਰੀ ਹੁੰਦੀ ਸੀ। ਇੱਕ ਬੇਰੀ ਦੇ ਨਾਲ ਇੱਕ ਨਿੱਕੀ ਜਿਹੀ ਢਾਬ ਹੁੰਦੀ ਸੀ, ਜਿਹਦੇ ਵਿੱਚ ਜਲ ਰਹਿੰਦਾ ਸੀ। ਕਹਿੰਦੇ ਉਸ ਬੇਰੀ ਦੇ ਹੇਠਾਂ ਇੱਕ ਦਿਨ ਗੁਰੂ ਨਾਨਕ ਸਾਹਿਬ ਆਏ ਸੀਗੇ। ਭਾਈ ਮਰਦਾਨਾ ਜੀ ਨਾਲ ਸਨ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵਜਾਈ ਵੇ ਮਰਦਾਨਿਆ ਮੇਰੇ ਅਕਾਲ ਦੀ ਰਬਾਬ, ਆ ਬਹਿ ਕੇ ਕਰੀਏ ਮੁਕੰਮਲ ਮੇਰੇ ਸਾਹਿਬ ਦਾ ਸੁੱਚਾ ਖਵਾਬ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਬੇਰੀ ਹੇਠਾਂ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਇੱਕ ਗ੍ਰੰਥ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਜੈ ਮੁਕਤ। ਉਸ ਵਿਜੈ ਮੁਕਤ ਗ੍ਰੰਥ ਵਿੱਚ ਲਿਖਿਆ ਵੀ ਗੁਰੂ ਨਾਨਕ ਸਾਹਿਬ ਨੇ ਉਸ ਬੇਰੀ ਹੇਠਾਂ 74 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ। ਉਹ ਬੇਰੀ ਕਿਹੜੀ ਹੈ? ਦੁੱਖ ਭੰਜਨੀ ਬੇਰੀ ਜਿਹਨੂੰ ਆਪਾਂ ਕਹਿੰਦੇ ਆ। ਅੱਜ ਵੀ ਸੰਗਤਾਂ ਦੁੱਖ ਭੰਜਨੀ ਬੇਰੀ ਹੇਠਾਂ ਜਾ ਕੇ ਇਸ਼ਨਾਨ ਕਰਦੀਆਂ, ਜਨਮਾਂ ਜਨਮਾਂ ਦੇ ਦੁੱਖ ਭੰਨੇ ਜਾਂਦੇ। ਕਹਿੰਦੇ ਉਸ ਘਣੇ ਜੰਗਲਾਂ ਦੇ ਵਿੱਚ ਉਸ ਬੇਰੀ ਦੇ ਕੋਲ ਜਾ ਕਰਕੇ ਗੁਰੂ ਅਮਰਦਾਸ ਜੀ ਨੇ ਟੱਕ ਲਾਇਆ ਤੇ ਬਚਨ ਕੀਤਾ ਗੁਰੂ ਰਾਮਦਾਸ ਜੀ ਨੂੰ ਕਿ ਇੱਥੇ ਇੱਕ ਸਰੋਵਰ ਦੀ ਖੁਦਵਾਈ ਕਰਾਈ ਜਾਵੇ। ਜੋ ਆਪਾਂ ਬਚਨ ਪੜ੍ਹਦੇ ਹਾਂ, ਪੂਰਨ ਤਾਲ ਖਟਾਇਆ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਫਿਰ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉੱਥੇ ਇੱਕ ਨਗਰ ਵਸਾਇਆ। ਪਹਿਲਾਂ ਨਾਮ ਸੀ ਰਾਮਦਾਸਪੁਰ ਤੇ ਰਾਮਦਾਸ ਸਰ, ਜੋ ਆਪਾਂ ਗੁਰਬਾਣੀ ਦੇ ਬਚਨ ਪੜ੍ਹਦੇ ਹਾਂ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ। ਇੱਥੇ ਰੱਬੀ ਬਖਸ਼ਿਸ਼ਾਂ ਵਰਤਾਈਆਂ ਖਾਲਸਾ ਜੀ। ਘਣੇ ਜੰਗਲ ਦੇ ਵਿੱਚ ਸਤਿਗੁਰੂ ਨੇ ਭਾਗ ਲਾਏ। ਕਹਿੰਦੇ ਬੜੇ ਸਿੱਖ ਸੇਵਾ ਲਈ ਆਉਂਦੇ ਸੀ। ਗੁਰੂ ਘਰ ਦੇ ਲੰਗਰ ਵਿੱਚ ਇੱਕ ਸਿੱਖ ਸੇਵਾ ਕਰਦਾ ਸੀ, ਜੰਡਿਆਲੇ ਦੇ ਰਹਿਣ ਵਾਲਾ ਭਾਈ ਹੰਦਾਲ। ਕਹਿੰਦੇ ਇੰਨੇ ਕੇ ਚਾਅ ਦੇ ਨਾਲ, ਇੰਨੇ ਕੇ ਪ੍ਰੇਮ ਦੇ ਨਾਲ ਗੁਰੂ ਘਰ ਵਿੱਚ ਲੰਗਰ ਦੇ ਵਿੱਚ ਸੇਵਾ ਕਰਨੀ ਭਾਈ ਹੰਦਾਲ ਜੀ ਨੇ ਕਿ ਆਪਣਾ ਆਪ ਵੀ ਭੁੱਲ ਜਾਂਦੇ ਸਨ। ਬਸ ਰਸਨਾ ਤੋਂ ਪੜੀ ਜਾਣਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਤੇ ਹੱਥਾਂ ਦੇ ਨਾਲ ਸੇਵਾ ਕਰੀ ਜਾਣੀ, ਲੰਗਰ ਦੇ ਜੁੱਠੇ ਭਾਂਡੇ ਮਾਂਜੀ ਜਾਣੇ, ਲੰਗਰ ਪਕਾਈ ਜਾਣਾ। ਸੇਵਾ ਵਿੱਚ ਇੰਨੇ ਰੁੱਝੇ ਰਹਿੰਦੇ ਸਨ ਵੀ ਕਈ ਵਾਰ ਦੀਵਾਨ ਦੇ ਵਿੱਚ ਵੀ ਜਾ ਨਹੀਂ ਸੀ ਹੁੰਦਾ। ਦੀਵਾਨ ਵਿੱਚ ਨਹੀਂ ਸਨ ਜਾਂਦੇ, ਤੇ ਜੇ ਚਲੇ ਵੀ ਜਾਂਦੇ ਸਨ ਸੰਗਤ ਵਿੱਚ ਸਭ ਤੋਂ ਪਿਛਾਂਹ ਕਰਕੇ ਬੈਠਦੇ ਸਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੱਕ ਵੀ ਉਹਨਾਂ ਦੀ ਸੇਵਾ ਦੀ ਇਲਾਹੀ ਮਹਿਕ ਪਹੁੰਚੀ। ਕਹਿੰਦੇ ਇੱਕ ਦਿਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾਲ ਲੰਗਰ ਦੇ ਵਿੱਚ ਗਏ ਸੰਗਤਾਂ ਦੇ ਨਾਲ। ਲੰਗਰ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਦੋਂ ਗਏ ਤੇ ਭਾਈ ਹੰਦਾਲ ਜੀ ਕਹਿੰਦੇ ਆਟਾ ਗੁੰਨਦੇ ਪਏ ਸੀ। ਆਟਾ ਗੁੰਨਦੇ ਪਏ ਸੀ। ਸੁਭਾਵਕ ਹੈ ਵੀ ਜਿਹੜਾ ਆਟਾ ਗੁੰਨਦਾ ਹੋਵੇਗਾ ਉਹਦੇ ਹੱਥਾਂ ਨੂੰ ਆਟਾ ਤੇ ਲੱਗੇ ਹੀ ਹੋਣਾ। ਹੁਣ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਆਉਂਦਿਆਂ ਨੂੰ ਵੇਖਿਆ, ਅੰਦਰੋਂ ਇੱਕ ਵਾਰ ਕਸ਼ਿਸ਼ ਜਾਗੀ ਵੀ ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਨੂੰ ਫੜ ਲਾਂ। ਤੇ ਅਚਾਨਕ ਮਨ ਵਿੱਚ ਆਇਆ ਵੀ ਹੱਥ ਮੈਲੇ ਨੇ, ਆਟੇ ਦੇ ਨਾਲ ਲਿਬੜੇ ਨੇ। ਜੇ ਮੈਂ ਜਾ ਕੇ ਹੱਥ ਨੇੜੇ ਕੀਤੇ ਗੁਰੂ ਦੇ ਵਸਤਰ, ਉਹਨਾਂ ਨੂੰ ਆਟਾ ਲੱਗ ਜਾਵੇਗਾ ਤੇ ਮੈਂ ਕੁਤਾਹੀ ਕਰਨੀ ਨਹੀਂ।
ਕਹਿੰਦੇ ਗੁਰੂ ਦੇ ਸਤਕਾਰ ਨੂੰ ਮੁੱਖ ਰੱਖਦਿਆਂ ਉਸ ਸਿੱਖ ਨੇ ਆਪਣੇ ਦੋਵੇਂ ਹੱਥ ਆਪਣੀ ਕਮਰ ਦੇ ਪਿੱਛੇ ਕਰ ਲਏ। ਕਮਰ ਦੇ ਪਿੱਛੇ ਕਰਕੇ ਗੋਡਿਆਂ ਭਾਰ ਬਹਿ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਰਗੜ ਦਿੱਤਾ, ਨੱਕ ਦੀਆਂ ਲਕੀਰਾਂ ਕੱਢ ਦਿੱਤੀਆਂ ਤੇ ਕਹਿਣ ਲੱਗੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬਿਖ ਖਾਹੀ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ, ਸਿੱਖਾ ਤੂੰ ਗੁਰੂ ਦੀ ਸੇਵਾ ਕਰ ਰਿਹਾ, ਫਿਰ ਆਪਣੇ ਹੱਥ ਗੁਲਾਮਾਂ ਦੀ ਤਰ੍ਹਾਂ ਪਿੱਛੇ ਕਿਉਂ ਕੀਤੇ? ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਭਾਈ ਹੰਦਾਲ ਕਹਿਣ ਲੱਗੇ, ਮਹਾਰਾਜ ਜੇ ਗੁਰੂ ਦਾ ਸਤਕਾਰ ਕਰਨ ਲਈ ਗੁਰੂ ਘਰ ਦਾ ਗੁਲਾਮ ਵੀ ਬਣਨਾ ਪੈ ਜਾਵੇ ਤੇ ਦੁਨੀਆ ਦੇ ਬਾਦਸ਼ਾਹ ਤੋਂ ਵੀ ਵੱਧ ਮੁਬਾਰਕ। ਦੁਨੀਆ ਦੇ ਗੁਲਾਮ ਹੁੰਦੇ ਨੇ, ਆਪਣੀ ਮਨਮਰਜ਼ੀ ਨਹੀਂ ਕਰਦੇ, ਦੁਨੀਆ ਦੇ ਗੁਲਾਮਾਂ ਨੂੰ ਕੋਈ ਪੁੱਛਦਾ ਨਹੀਂ, ਪਰ ਪਾਤਸ਼ਾਹ ਤੇਰੇ ਦਰ ਦਾ ਗੁਲਾਮ ਬਣਿਆ ਤੇ ਬਾਦਸ਼ਾਹੀਆਂ ਵੰਡਣ ਦੀ ਤਾਕਤ ਆ ਜਾਂਦੀ ਹੈ। ਪਾਤਸ਼ਾਹ ਤੁਹਾਡੇ ਸਤਕਾਰ ਨੂੰ ਮੁੱਖ ਰੱਖਦੇ ਹਾਂ। ਵੇਖੋ ਅੱਜ ਵੀ ਨਾ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚਾਹੁੰਦੇ ਆਪਾਂ, ਜਾਣੇ ਅਣਜਾਣੇ ਬਹੁਤ ਕੁਝ ਕਰ ਜਾਂਦੇ ਆ, ਪਰ ਇੱਕ ਗੱਲ ਚੇਤੇ ਰੱਖਿਓ ਵੀ ਗੁਰੂ ਗ੍ਰੰਥ ਸਾਹਿਬ ਕੋਈ ਇਹ ਨਹੀਂ ਵੀ ਆਮ ਗ੍ਰੰਥ ਦਾ ਆਕਾਰ ਹੈ। ਗ੍ਰੰਥ ਬੜੇ ਆ ਦੁਨੀਆ ਦੇ ਤਖਤੇ ਤੇ, ਪਰ ਕਿਸੇ ਗ੍ਰੰਥ ਦੇ ਨਾਲ ਪ੍ਰਗਟ ਗੁਰਾਂ ਕੀ ਦੇਹ ਨਹੀਂ ਲੱਗਾ। ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਨੇ ਪੁੱਛਿਆ, ਪਾਤਸ਼ਾਹ ਤੁਹਾਡੇ ਜਾਣ ਮਗਰੋਂ ਤੁਹਾਡੇ ਦੀਦਾਰੇ ਕਿਵੇਂ ਹੋਣਗੇ? ਮਹਾਰਾਜ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕਰਨਾ। ਤੁਹਾਡੇ ਜਾਣ ਮਗਰੋਂ ਤੁਹਾਡੇ ਨਾਲ ਬਾਤਚੀਤ, ਤੁਹਾਡੇ ਨਾਲ ਗੱਲਾਂ ਕਿਵੇਂ ਹੋਣਗੀਆਂ? ਕਿਹਾ, ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਨਾ। ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਜੀ ਹਿੱਤ ਪੜੇ ਚਿਤ ਲਾਏ। ਗ੍ਰੰਥ ਜੀ ਦੇ ਦੀਦਾਰੇ ਕਰਨੇ, ਗੱਲਾਂ ਕਰਨੀਆਂ, ਸਹਿਜ ਪਾਠ ਕਰਨਾ। ਖਾਲਸਾ ਜੀ ਗੁਰੂ ਦਾ ਸਤਕਾਰ ਜਿੰਨਾ ਵੀ ਕਰੀਏ, ਮੈਂ ਬੇਨਤੀ ਕਰਾਂ ਉਹਨਾਂ ਥੋੜਾ ਹੀ ਹੁੰਦਾ ਹੈ। ਗੁਰੂ ਦਾ ਸਤਕਾਰ ਪੂਰਾ ਨਹੀਂ ਕਰ ਸਕਦੇ। ਕਹੋ ਜੇ ਸਿੱਖ ਹੋਏ, ਭਾਈ ਹੰਦਾਲ ਵਰਗੇ ਵੀ ਸੇਵਾ ਕਰ ਰਹੇ ਨੇ, ਪਰ ਫਿਰ ਵੀ ਗੁਰੂ ਦੇ ਸਤਕਾਰ ਨੂੰ ਕੈਸਾ ਮੁੱਖ ਰੱਖਿਆ। ਮੈਂ ਇੱਕ ਹੋਰ ਘਟਨਾ ਭਾਈ ਵੀਰ ਸਿੰਘ ਜੀ ਦੇ ਜੀਵਨ ਚੋਂ ਸਾਂਝੀ ਕਰਾਂ ਵੀ ਗੁਰੂ ਗ੍ਰੰਥ ਸਾਹਿਬ ਕੋਈ ਮਾਮੂਲੀ ਸ਼ਖਸੀਅਤ ਨਹੀਂ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਕਿਹਦੇ ਲੜ ਲਾ ਕੇ ਚੱਲੇ ਹੋ, ਕਿਹਨੂੰ ਨਮਸਕਾਰ ਕਰਵਾ ਕੇ ਚੱਲੇ ਹੋ? ਤੇ ਸਤਿਗੁਰੂ ਕਹਿਣ ਲੱਗੇ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਗੁਰੂ ਕਿਉਂ ਸਿੱਖੋ ਉਹਨੂੰ ਨਮਸਕਾਰਾਂ ਕਰਨੀਆਂ ਨੇ ਜਿਹੜਾ ਕੁੱਲ ਕਾਇਨਾਤ ਦਾ ਮਾਲਕ ਹੈ, ਦੁਨੀਆ ਬਣਾਉਣ ਵਾਲਾ ਹੈ। ਕਹਿੰਦੇ ਭਾਈ ਵੀਰ ਸਿੰਘ ਜੀ ਦੇ ਘਰ ਦੇ ਵਿੱਚ ਨਾ 3 ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬਹੁਤ ਸੋਹਣੀਆਂ ਰਚਨਾਵਾਂ ਉਹਨਾਂ ਨੇ ਲਿਖੀਆਂ। ਕਹਿੰਦੇ 3 ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। 3 ਥਾਵਾਂ ਦੇ ਉੱਤੇ ਖੁਦ ਹੀ ਪ੍ਰਕਾਸ਼ ਕਰਦੇ ਸੀ, ਖੁਦ ਹੀ ਨਿਤਨੇਮ ਕਰਦੇ ਸੀ, ਖੁਦ ਹੀ ਸੰਧਿਆ ਵੇਲੇ ਰਹਿਰਾਸ ਕਰਦੇ ਸੀ ਤੇ ਖੁਦ ਹੀ ਸੁਖਾਸਨ ਕਰਦੇ ਸੀ, ਇਕੱਲੇ ਜਾਣੇ। ਇੰਨਾ ਚਾਅ ਸੀ ਸੇਵਾ ਦਾ। ਇੱਕ ਜਗ੍ਹਾ ਤੇ ਸਹਿਜ ਪਾਠ ਕਰਦੇ ਸੀ, ਇੱਕ ਜਗ੍ਹਾ ਦੇ ਉੱਤੇ ਪੜ੍ਹਿਆ ਕਰਦੇ ਸੀ ਤੇ ਇੱਕ ਜਗ੍ਹਾ ਦੇ ਉੱਤੇ ਲਿਖਿਆ ਕਰਦੇ ਸੀ। ਤੇ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੇਖੋ ਹੁਣ 3 ਥਾਂ ਤੇ ਪ੍ਰਕਾਸ਼ ਹੋਵੇ, 3 ਵਾਰ ਪ੍ਰਕਾਸ਼ ਕਰਨਾ ਰੋਜ਼ਾਨਾ, 3 ਵਾਰ ਨਿਤਨੇਮ ਕਰਨਾ ਰੋਜ਼ਾਨਾ। ਇੱਥੇ 1 ਵਾਰ ਨਿਤਨੇਮ ਕਰਨਾ ਪੈ ਜਾਵੇ ਤੇ ਬੰਦਾ ਬਾਰ-ਬਾਰ ਨਾ ਘੜੀ ਵਾਲੀ ਵਹਿੰਦਾ ਰਹਿੰਦਾ ਵੀ ਸਮਾਂ ਕਿੰਨਾ ਕਿ ਹੋ ਗਿਆ। ਜਪਜੀ ਸਾਹਿਬ ਕਰਨਾ ਪੈ ਜਾਵੇ, ਸੁਖਮਨੀ ਸਾਹਿਬ ਕਰਨਾ ਪੈ ਜਾਵੇ, 12ਵੀਂ ਅਸ਼ਟਪਦੀ ਤੇ ਜਾ ਕੇ ਪਹਿਲਾਂ ਵਹਿੰਦੇ ਆ ਵੀ ਮਗਰ ਕਿੰਨੀਆਂ ਕਿ ਰਹਿ ਗਈਆਂ, ਵੀ ਛੇਤੀ ਕੰਮ ਨਿਬੜੇ ਤੇ ਫਿਰ ਕਹਿੰਦੇ ਵੀ ਕਿਰਪਾ ਵੀ ਛੇਤੀ ਮਿਲ ਜੇ। ਖਾਲਸਾ ਜੀ ਇੱਕ ਗੱਲ ਚੇਤੇ ਰੱਖਿਓ, ਜੇ ਨਿਤਨੇਮ ਕਾਹਲੀ ਵਿੱਚ ਕਰਾਂਗੇ, ਛੇਤੀ ਕਰਾਂਗੇ, ਭੱਜ ਦੌੜ ਵਿੱਚ ਕਰਾਂਗੇ ਤੇ ਪ੍ਰਾਪਤੀ ਕਿਰਪਾ ਵੀ ਭੱਜ ਦੌੜ ਕੇ ਹੋਵੇਗੀ। ਆਪਾਂ ਸਾਰੇ ਕਹਿੰਦੇ ਵੀ ਕੰਮ ਕਰ, ਹੱਥ ਪੈਰ ਬਹੁਤ ਮਾਰਦੇ ਆ ਤੇ ਕੰਮ ਬਣਦਾ ਕੋਈ ਨਹੀਂ, ਬਹੁਤ ਹੱਥ ਪੈਰ ਮਾਰਨੇ ਪੈਂਦੇ, ਬੈਠਿਆਂ ਬਿਠਾਇਆ ਨਹੀਂ ਬਣਦਾ। ਖਾਲਸਾ ਜੀ ਬੈਠੇ ਬਿਠਾਏ ਤੇ ਆਪਾਂ ਨਿਤਨੇਮ ਵੀ ਨਹੀਂ ਕਰਦੇ, ਭੱਜ ਦੌੜ ਵਿੱਚ ਨਿਤਨੇਮ ਕਰਦੇ, ਕਾਹਲੀ ਵਿੱਚ ਕਰਦੇ। ਬੈਠ ਕੇ ਟਿਕਾ ਨਾਲ ਗੁਰੂ ਨਾਨਕ ਨੂੰ ਚੇਤੇ ਕਰਾਂਗੇ ਤੇ ਬੈਠੇ ਬਿਠਾਏ ਗੁਰੂ ਨਾਨਕ ਨੇ ਸਾਰੇ ਕੰਮ ਵੀ ਬਣਾ ਦੇਣੇ ਨੇ। ਭਾਈ ਵੀਰ ਸਿੰਘ ਨੇ ਕਦੇ ਕਾਹਲੀ ਨਾ ਕਰਨੀ, 3 ਥਾਂ ਤੇ ਆਪ ਸੇਵਾ ਕਰਨੀ, ਕੜਾਹ ਪ੍ਰਸ਼ਾਦ ਦਾ ਭੋਗ ਵੀ ਲਾਉਣਾ ਤੇ ਕਦੇ ਵੀ ਇਹ ਨਹੀਂ ਵੀ ਜਿਹੜਾ ਕੜਾਹ ਪ੍ਰਸ਼ਾਦ ਪਹਿਲਾਂ ਭੋਗ ਲਾਇਆ ਉਹੀ ਥਾਲ ਚੁੱਕ ਕੇ ਦੂਸਰੇ
ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਗੇ ਜਾ ਕੇ ਫਿਰ ਭੋਗ ਲਾ ਦੇਣਾ, ਨਹੀਂ, ਬਲਕਿ 3 ਵਾਰ ਨਿਤ ਨਵੀਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਫਿਰ ਭੋਗ ਲਾਉਣ ਦੀ ਜਾਣਾ। ਕਹਿੰਦੇ ਇੱਕ ਦਿਨ ਆਪਣੀ ਬੇਟੀ ਨੂੰ ਕਿਹਾ ਕਿ ਬੇਟਾ ਕੜਾਹ ਪ੍ਰਸ਼ਾਦ ਦਾ ਥਾਲ ਤਿਆਰ ਹੈ ਤੇ ਥਾਲ ਚੱਕੋ ਤੇ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਾਉਣ ਚੱਲੀਏ। ਬਚਨ ਬੜਾ ਸੁਣਨ ਵਾਲਾ ਹੈ। ਕਹਿੰਦੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਬੇਟੀ ਨੇ ਕੜਾਹ ਪ੍ਰਸ਼ਾਦ ਦਾ ਥਾਲ ਚੱਕਿਆ ਨਾ ਖਾਲਸਾ ਜੀ, ਤੇ ਥਾਲ ਦੇ ਉੱਤੇ ਜਿਵੇਂ ਇੱਕ ਵਸਤਰ ਪਾਇਆ ਹੁੰਦਾ ਢੱਕਣ ਦੇ ਲਈ, ਕਹਿੰਦੇ ਉਹ ਵਸਤਰ ਉਹ ਨੀਚੇ ਗਿਰ ਗਿਆ ਤੇ ਭਾਈ ਸਾਹਿਬ ਜੀ ਦੀ ਬੇਟੀ ਨੇ ਉਹ ਵਸਤਰ ਝਾੜ ਕੇ ਦੁਬਾਰਾ ਫਿਰ ਉਹੀ ਵਸਤਰ ਥਾਲ ਦੇ ਉੱਤੇ ਰੱਖ ਦਿੱਤਾ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੇਖ ਰਹੇ ਸਨ, ਉਹਨਾਂ ਦੇ ਨੇਤਰਾਂ ਵਿੱਚ ਜਲ ਭਰ ਆਇਆ ਤੇ ਬੇਟੀ ਵੱਲ ਤੱਕਦੇ ਰਹੇ। ਹੁਣ ਬੇਟੀ ਦੇ ਮਨ ਵਿੱਚ ਆਇਆ ਵੀ ਸ਼ਾਇਦ ਮੇਰੇ ਤੋਂ ਕੋਈ ਗਲਤੀ ਹੋਈ ਹੈ, ਭੁੱਲ ਹੋਈ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿਣ ਲੱਗੇ, ਬੇਟਾ ਇਸ ਤਰ੍ਹਾਂ ਪਹਿਲਾਂ ਵੀ ਕਦੇ ਹੋਇਆ ਵੀ ਵਸਤਰ ਕੜਾਹ ਪ੍ਰਸ਼ਾਦ ਦੀ ਥਾਲ ਤੋਂ ਨੀਚੇ ਗਿਰਿਆ ਹੋਵੇ ਤੇ ਤੁਸੀਂ ਚੁੱਕ ਕੇ ਫਿਰ ਤਾਂ ਰੱਖਤਾ? ਤੇ ਭਾਈ ਸਾਹਿਬ ਦੀ ਬੇਟੀ ਕਹਿਣ ਲੱਗੀ ਵੀ ਕਦੇ ਕਦੇ ਹੋ ਜਾਂਦਾ ਹੈ, ਜਾਣੇ ਅਣਜਾਣੇ ਵਿੱਚ। ਭਾਈ ਸਾਹਿਬ ਕੁਝ ਨਾ ਬੋਲੇ। ਕਹਿੰਦੇ ਬਾਂਹ ਤੋਂ ਪਕੜਿਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੈ ਗਏ। ਕਹਿੰਦੇ ਹੁਣੇ ਆਪਣੀ ਭੁੱਲ ਦੀ ਮੁਆਫੀ ਦੀ ਅਰਦਾਸ ਕਰਕੇ ਸਹਿਜ ਪਾਠ ਆਰੰਭ ਕਰ ਦਿਓ, ਭੁੱਲ ਬੜੀ ਵੱਡੀ ਹੈ। ਹੁਣ ਆਪਾਂ ਆਪਣੇ ਵਿੱਚ ਝਾਤ ਪਾਈਏ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਆਪਾਂ ਕਿਵੇਂ ਵਿਚਰਦੇ ਹਾਂ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਈਏ ਬੜੇ ਭੈ ਦੇ ਨਾਲ ਰਹਿਣਾ ਚਾਹੀਦਾ। ਗੁਰੂ ਘਰ ਵਿੱਚ ਜਿਹੜਾ ਭੈ ਦੇ ਨਾਲ ਨਿਮਾਣਾ ਹੋ ਕੇ ਰਹਿੰਦਾ ਉਹ ਬਹੁਤ ਉੱਚਾ ਹੋ ਕੇ ਜਾਂਦਾ। ਗੁਰੂ ਦਾ ਸਤਿਕਾਰ ਜਿੰਨਾ ਵੀ ਕਰੀਏ ਥੋੜਾ ਹੋ ਜਾਂਦਾ। ਗੁਰੂ ਦੇ ਸਤਿਕਾਰ ਦੇ ਲਈ ਕੋਈ ਆਪਣਾ ਬੰਦ ਵੀ ਕਟਾ ਦਵੇ ਤੇ ਪਿਆਰ ਵਾਲਿਓ ਗੁਰੂ ਸਾਹਿਬ ਕਹਿੰਦੇ ਉਹ ਵੀ ਮੁਬਾਰਕ ਹੈ। ਤਨ ਮਨ ਕਾਟ ਸਭ ਅਰਪੀ। ਗੁਰੂ ਦੇ ਸਤਿਕਾਰ ਅੱਗੇ ਤੋਂ ਆਪਣਾ ਬੰਦ ਵੀ ਕਟਵਾ ਦੇ। ਭਾਈ ਮਨੀ ਸਿੰਘ ਜੀ ਨੇ ਕਟਵਾਇਆ। ਸੋ ਗੁਰੂ ਦਾ ਸਤਿਕਾਰ ਜੇ ਕਰਾਂਗੇ, ਗੁਰੂ ਦੀ ਸੇਵਾ ਕਰਾਂਗੇ, ਬਖਸ਼ਿਸ਼ ਬਹੁਤ ਹੋਵੇਗੀ। ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿੱਚ ਇੱਕ ਸਿੱਖ ਹੋਰ ਬੜਾ ਸ਼ਰਧਾਵਾਨ ਹੋਇਆ। ਜੇਹਲਮ ਦੇ ਰਹਿਣ ਵਾਲਾ ਉਹ ਸਿੱਖ ਸੀ। ਕਹਿੰਦੇ ਉਹਦਾ ਕਾਰੋਬਾਰ ਨਹੀਂ ਸੀ ਚੱਲਦਾ ਤੇ ਲੋਕਾਂ ਨੇ ਕਿਹਾ ਵੀ ਮਾਝੇ ਦੇਸ਼ ਦੇ ਵਿੱਚ ਖੁਦਾ ਦਾ ਨੂਰਾਨੀ ਚਿਹਰਾ, ਖੁਦਾ ਦੀ ਨੂਰਾਨੀ ਜੋਤ ਰੱਬੀ ਬਖਸ਼ਿਸ਼ਾਂ ਵਰਤਾਉਂਦੀ ਹੈ। ਉਹਦੇ ਦਰ ਤੇ ਜਾ, ਅਰਦਾਸ ਕਰ ਤੇ ਬਖਸ਼ਿਸ਼ ਜ਼ਰੂਰ ਹੋਵੇਗੀ, ਕਾਰੋਬਾਰ ਚੱਲਣ ਲੱਗ ਪਵੇਗਾ। ਮੈਂ ਬੇਨਤੀ ਕਰਾਂ ਇੱਕ ਕਿ ਜਦੋਂ ਵੀ ਜੀਵਨ ਦੇ ਵਿੱਚ ਮੁਸ਼ਕਲ ਸਮਾਂ ਆਵੇ ਨਾ ਤੇ ਇੱਧਰ ਉੱਧਰ ਭਟਕਣ ਦੀ ਬਜਾਏ, ਪੁੱਛਾਂ ਪਛਾਉਣ ਦੀ ਬਜਾਏ, ਸਿਆਣਿਆਂ ਕੋਲ ਜਾਣ ਦੀ ਬਜਾਏ, ਪਿਆਰ ਵਾਲਿਓ ਭਾਵਨਾ ਨਾਲ ਹਰਿਮੰਦਰ ਸਾਹਿਬ ਜਾ ਕੇ ਕੜਾਹ ਪ੍ਰਸ਼ਾਦ ਕਰਾ ਕੇ ਅਰਦਾਸ ਕਰਿਓ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਮਾਣ ਕਰਕੇ ਇਹ ਬੇਨਤੀ ਕਰਦਾ, ਅਰਦਾਸ ਕਰਕੇ ਜਾਇਓ। ਗੁਰੂ ਰਾਮਦਾਸ ਦੇ ਦਰ ਤੋਂ ਘਰ ਪਰਤਣ ਤੋਂ ਪਹਿਲਾਂ ਹੀ ਤੁਹਾਡੀ ਅਰਦਾਸ ਪੂਰੀ ਹੋ ਜਾਵੇਗੀ। ਇਹ ਬਖਸ਼ਿਸ਼ ਵਰਤਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਰਿਮੰਦਰ ਸਾਹਿਬ ਉਹ ਥਾਂ ਹੈ। ਹਰਿਮੰਦਰ ਸਾਹਿਬ ਗੁਰੂ ਰਾਮਦਾਸ ਉਸ ਬਖਸ਼ਿਸ਼ ਦੇ ਮਾਲਕ ਨੇ ਜਿਹੜਾ ਹਰਿਮੰਦਰ ਸਾਹਿਬ ਚਲਿਆ ਜਾਵੇ ਉਹਨੂੰ ਤੇ ਮੰਗਣਾ ਵੀ ਨਹੀਂ ਪੈਂਦਾ, ਬਿਨਾਂ ਮੰਗਿਆ ਮਿਲ ਜਾਂਦਾ। ਆਹਤ ਹਰਨ ਜਮ ਤਰਾਸ ਨਿਵਾਰਣ, ਨਾਮ ਲੇਤ ਭਵ ਸਿੰਧ ਤਰੇ। ਗੁਰੂ ਰਾਮਦਾਸ ਦਾ ਨਾਮ ਲਿਆ ਸਿੱਧਾ ਭਵ ਸਾਗਰ ਤੋਂ ਪਾਰ ਹੋਈਦਾ। ਕਹਿੰਦੇ ਜੇਹਲਮ ਦੇਸ਼ ਤੋਂ, ਜੇਹਲਮ ਇਲਾਕੇ ਤੋਂ ਸ਼ਰੀਰਾਂ ਨੇ ਕਿਹਾ ਉਸ ਖੁਦਾ ਦੀ ਨੂਰਾਨੀ ਜੋਤ ਕੋਲ ਜਾ ਕੇ ਪੁਕਾਰ ਕਰ, ਤੇਰਾ ਕਾਰੋਬਾਰ ਚੱਲਣ ਲੱਗ ਪਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਅਸਥਾਨ ਤੇ ਉਹ ਗੁਰੂ ਕਾ ਸਿੱਖ ਆਇਆ। ਸਰੋਵਰ ਦੀ ਕਾਰ ਸੇਵਾ ਚੱਲਦੀ ਸੀ। ਖਾਲਸਾ ਜੀ ਛਾਬੜੀ ਲਾਈ ਤੇ ਘੁੰਗਣੀਆਂ ਵੇਚਣ ਦਾ ਕਾਰ ਵਿਹਾਰ ਉੱਥੇ ਕੀਤਾ ਗੁਰੂ ਰਾਮਦਾਸ ਦੀ ਗੋਦ ਦੇ ਵਿੱਚ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਪਰਿਕਰਮਾ ਦੇ ਵਿੱਚ। ਕਹਿੰਦੇ ਪਹਿਲਾ ਦਿਨ ਸੀ ਤੇ ਕੁਝ ਕੇ ਰੁਪਏ ਵਟਕ ਹੋਈ, 2-3 ਰੁਪਈਏ ਵਟਕ ਹੋਈ ਉਸ ਗੁਰੂ ਕੇ ਸਿੱਖ ਨੂੰ।
ਮਨ ਦੇ ਵਿੱਚ ਇਹੀ ਹੈ ਵੀ ਕਾਰੋਬਾਰ ਚੱਲਣ ਲੱਗ ਪਵੇਗਾ, ਇਸ ਗੁਰੂ ਦੇ ਦਰ ਤੇ ਅਰਦਾਸ ਕਰਾਂਗੇ ਜੀ। ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਸੇਵਾ ਕਰਦੇ ਕਰਦੇ ਜਦੋਂ ਸਰੋਵਰ ਵੱਲ ਆਏ ਤਾਂ ਵੇਖਿਆ ਇੱਕ ਸਿੱਖ ਘੁੰਗਣੀਆਂ ਵੇਚ ਰਿਹਾ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉਸ ਨੂੰ ਬੜੀ ਗੌਰ ਨਾਲ ਤੱਕਿਆ, ਨਿਗਾਹ ਭਰ ਕੇ ਤੱਕਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਸਮਾਂ ਚੇਤੇ ਆਇਆ ਵੀ ਕਦੇ ਇਸੇ ਤਰ੍ਹਾਂ ਗੁਰੂ ਅਮਰਦਾਸ ਦੇ ਦਰਬਾਰ ਵਿੱਚ ਮੈਂ ਵੀ ਘੁੰਗਣੀਆਂ ਵੇਚਦਾ ਸਾਂ। ਗੁਰੂ ਰਾਮਦਾਸ ਜੀ ਨੂੰ ਉਸ ਸਿੱਖ ਦੇ ਵਿੱਚੋਂ ਆਪਣਾ ਬਚਪਨ ਨਜ਼ਰ ਆਇਆ, ਤੇ ਕਹਿੰਦੇ ਉਸ ਸਿੱਖ ਨੇ ਪੁੱਛਿਆ ਸੰਗਤ ਨੂੰ ਵੀ ਇਹ ਕੌਣ ਨੇ, ਪ੍ਰਤਾਪੀ ਚਿਹਰਾ ਬਹੁਤ ਹੈ, ਨੂਰਾਨੀ ਚਿਹਰਾ ਹੈ। ਕਹਿਣ ਲੱਗੇ ਇਹੋ ਨੇ ਸੱਚੇ ਪਾਤਸ਼ਾਹ ਜਿਹੜੇ ਰੱਬੀ ਬਖਸ਼ਿਸ਼ਾਂ ਦੇ ਮਾਲਕ ਨੇ। ਇਹੀ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਜੀ ਨੇ ਉਹਨੇ ਦੋਵੇਂ ਹੱਥ ਜੋੜ ਕੇ ਝੱਕਦੇ ਨੇ ਨਮਸਕਾਰ ਕੀਤੀ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਿਕਟ ਆਏ ਤੇ ਆ ਕਰਕੇ ਪੁੱਛਿਆ ਭਾਈ ਸਿੱਖਾ ਕਿਹੜੀ ਧਰਤੀ ਤੋਂ ਆਇਆ? ਕਹਿਣ ਲੱਗਾ ਮਹਾਰਾਜ ਜਹਿਲਮ ਤੋਂ ਆਇਆ। ਸਤਿਗੁਰੂ ਕਹਿਣ ਲੱਗੇ ਘੁੰਗਣੀਆਂ ਵੇਚਦਾ, ਕਿੰਨੀ ਕੇ ਬਟਕ ਹੋਈ ਹੈ? ਉਹ ਸਿੱਖ ਨੇ ਦੱਸਿਆ ਜੀ ਪਾਤਸ਼ਾਹ 2-3 ਰੁਪਈਏ ਬਟਕ ਹੋਈ ਹੈ। ਸਤਿਗੁਰੂ ਨੇ ਕਿਹਾ ਲਿਆ, ਗੁਰੂ ਘਰ ਦੀ ਕਾਰ ਚੱਲਦੀ ਹੈ, ਕਿਉਂ ਨਾ ਮਜ਼ਦੂਰਾਂ ਨੂੰ ਇਸ ਵਟਕ ਦੇ ਵਿੱਚੋਂ ਸੇਵਾ ਵਿੱਚ ਲਾ ਦਈਏ। ਲਿਆ, ਜਿਤਨੀ ਵੀ ਵਟਕ ਹੋਈ ਹੈ ਸਾਰੀ ਅਰਪਣ ਕਰ ਦੇ। ਪਰ ਵੇਖੋ ਵੀ ਉਹ ਸਿੱਖ 'ਚ ਭਰੋਸਾ ਕਿਹੋ ਜਿਹਾ ਸੀ। ਗਿਆ ਮੰਗਣ ਹੈ, ਜਿਸ ਮਾਲਕ ਦੇ ਦਰ ਤੇ ਮੰਗਣ ਗਿਆ ਅੱਗੋਂ ਉਹ ਮਾਲਕ ਨੇ ਪਰਚਾ ਪਾ ਦਿੱਤਾ ਵੀ ਜਿਹੜੀ ਵਟਕ ਹੋਈ ਹੈ ਪਹਿਲਾਂ ਗੁਰੂ ਅੱਗੇ ਰੱਖ, ਗੁਰੂ ਅੱਗੇ ਦਸਵੰਧ ਕੱਢ। ਤੇ ਪਾਤਸ਼ਾਹ ਨੇ ਦਸਵੰਧ ਵੀ ਨਹੀਂ ਬਲਕਿ ਸਾਰੀ ਵਟਕ ਹੀ ਮੰਗ ਲਈ, ਫਿਰ ਵੀ ਮਨ ਦੇ ਵਿੱਚ ਨਹੀਂ ਆਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪ੍ਰਤਾਪੀ ਚਿਹਰੇ ਨੂੰ ਤੱਕਦੇ ਨੇ, ਸਾਰੀ ਵਟਕ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤੀ। ਕਹਿੰਦੇ ਇਸੇ ਤਰ੍ਹਾਂ ਦੂਸਰਾ ਦਿਨ ਹੋਇਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫਿਰ ਆਏ। ਆਪਣੀ ਮੌਜ ਦੇ ਮਾਲਕ ਗੁਰੂ ਰਾਮਦਾਸ ਜੀ ਨੇ ਫਿਰ ਪੁੱਛਿਆ ਭਾਈ ਸਿੱਖਾ ਕਿੰਨੀ ਕੇ ਵਟਕ ਹੋਈ ਹੈ? ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਪਾਤਸ਼ਾਹ ਕੱਲ ਨਾਲੋਂ ਜ਼ਿਆਦਾ ਹੋਈ ਹੈ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਫਿਰ ਤਾਂ ਬਹੁਤ ਹੀ ਭਲਾ, ਜਿਤਨੀ ਵੀ ਵਟਕ ਹੋਈ ਹੈ ਸਾਰੀ ਦੇ ਕਾਰ ਸੇਵਾ ਤੇ ਹੋਰ ਵੀ ਤੇਜ਼ੀ ਦੇ ਨਾਲ ਚੱਲ ਰਹੀ ਹੈ। ਸਾਰੀ ਵਟਕ ਗੁਰੂ ਰਾਮਦਾਸ ਜੀ ਨੇ ਫਿਰ ਲੈ ਲਈ। 3 ਦਿਨ ਇਦਾਂ ਹੋਇਆ, ਮਹਾਰਾਜ ਆਉਂਦੇ ਰਹੇ, ਵਟਕ ਲੈਂਦੇ ਰਹੇ, ਸਿੱਖ ਦਿੰਦਾ ਰਿਹਾ। ਅੱਜ ਚੌਥਾ ਦਿਨ ਹੋਇਆ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਏ, ਸਿੱਖ ਨੂੰ ਵੇਖਿਆ, ਖਾਮੋਸ਼ੀ ਦੇ ਨਾਲ ਕੋਲੋਂ ਦੀ ਅਗਾਂਹ ਨੂੰ ਵਧਣ ਲੱਗੇ ਤੇ ਅੱਜ ਮੰਗੀ ਨਹੀਂ ਵਟਕ। ਅੱਜ ਨਹੀਂ ਪੁੱਛਿਆ ਵੀ ਸਿੱਖਾ ਕਿੰਨੀ ਵਟਕ ਹੋਈ ਹੈ, ਤੇ ਅੰਦਰੋਂ ਭਾਈ ਉਸ ਗੁਰੂ ਕੇ ਸਿੱਖ ਦੀ ਰੂਹ ਕੁਰਲਾ ਉੱਠੀ, ਪਾਤਸ਼ਾਹ ਰੋਜ਼ ਆਪ ਜੀ ਆਉਂਦੇ ਸੋ, ਕਿਰਪਾ ਕਰਦੇ ਸੋ, ਵਟਕ ਲੈ ਕੇ ਜਾਂਦੇ ਸੋ, ਕੀ ਗੱਲ ਅੱਜ ਤੇਰੇ ਦਿੱਤਾ, ਭਾਵੇਂ ਦਿੱਤਾ ਤੇਰਾ ਹੀ ਹੈ, ਅੱਜ ਨਹੀਂ ਪੁੱਛੋਗੇ ਵੀ ਭਾਈ ਸਿੱਖਾ ਵਟਕ ਕਿੰਨੀ ਹੋਈ ਹੈ? ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੁਸਕਰਾ ਪਏ, ਬੋਲੇ ਕੁਝ ਨਾ। ਮਹਾਰਾਜ ਦੇ ਬੋਲਣ ਤੋਂ ਪਹਿਲਾਂ ਹੀ ਉਸ ਗੁਰੂ ਕੇ ਸਿੱਖ ਨੇ ਸਾਰੀ ਵਟਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਦਿੱਤੀ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਸਿੱਖਾ ਸਾਰੀ ਵਟਕ ਗੁਰੂ ਘਰ ਨੂੰ ਦੇਈ ਜਾਣਾ, ਕਦੇ ਆਪਣੇ ਗੁਜ਼ਾਰੇ ਬਾਰੇ ਕੁਝ ਸੋਚਿਆ ਹੀ? ਕਹਿਣ ਲੱਗਾ ਮਹਾਰਾਜ ਤੁਹਾਡੇ ਦਰ ਤੇ ਆਇਆ, ਜਦੋਂ ਆਪਣਾ ਆਪ ਵੇਚ ਹੀ ਤੁਹਾਨੂੰ ਦਿੱਤਾ, ਜਦੋਂ ਆਪਣਾ ਆਪ ਸਮਰਪਿਤ ਹੀ ਕਰ ਦਿੱਤਾ ਤੁਹਾਨੂੰ, ਫਿਰ ਹੁਣ ਇਹ ਆਪ ਜੀ ਦੇ ਹੱਥ ਵਿੱਚ ਹੈ ਕਿ ਆਪ ਜੀ ਨੇ ਕਿਸ ਤਰ੍ਹਾਂ ਇਸ ਸਿੱਖ ਦਾ ਜੀਵਨ ਬਤੀਤ ਕਰਾਉਣਾ। ਪਾਤਸ਼ਾਹ ਤੇਰੇ ਦਰ ਦਾ ਮੰਗਤਾ ਹਾਂ, ਤੇ ਤੇਰੇ ਦਰ ਦੀ ਧੂੜੀ ਦੇ ਉੱਤੇ ਵੀ ਐਸੀ ਬਖਸ਼ਿਸ਼ ਹੈ, ਐਸੀ ਕਿਰਪਾ ਹੈ, ਐਸੀ ਰਹਿਮਤ ਹੈ, ਤੇਰੇ ਦਰ ਦੀ ਦੇ ਧੂੜੀ ਵੀ ਕੋਈ ਭਿਖਾਰੀ ਮੱਥੇ ਨਾਲ ਲਾ ਲਵੇ ਉਹ ਬਾਦਸ਼ਾਹ ਬਣ ਜਾਂਦਾ ਹੈ। ਚਾਹੇ ਗੰਗਾ ਮੁਕਾਬਲ ਬਾ ਅੰਮ੍ਰਿਤ ਸਰਸ਼। ਭਾਈ ਨੰਦ ਲਾਲ ਸਾਹਿਬ ਕਹਿੰਦੇ ਹਰਮੰਦਰ ਸਾਹਿਬ ਦੀ ਧੂੜੀ ਦਾ ਮੁਕਾਬਲਾ ਸੋਨਾ ਵੀ ਨਹੀਂ ਕਰ ਸਕਦਾ। ਸੋਨਾ ਜਿੰਨਾ ਮਰਜ਼ੀ ਕੀਮਤੀ ਹੋਵੇ, ਬੰਦਾ ਤਨ ਨਾਲ ਲਾਵੇ ਕਦੇ ਮੱਥੇ ਦੇ ਲੇਖ ਨਹੀਂ ਬਦਲਦੇ। ਗੁਰੂ ਰਾਮਦਾਸ ਦੇ ਦਰ ਦੀ ਧੂੜੀ ਮੱਥੇ ਨਾਲ ਲਾਇਆ, ਮੱਥੇ ਦੇ ਲੇਖ ਬਦਲੇ ਜਾਂਦੇ ਨੇ। ਗੁਰੂ ਰਾਮਦਾਸ ਜੀ ਦੇ ਪ੍ਰੇਮ 'ਚ ਭਿੱਜ ਕੇ ਬਚਨ ਕੀਤੇ ਤੇ ਮਹਾਰਾਜ ਮੌਜ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੂੰ ਅੱਜ ਤੋਂ ਗੁਰੂ ਘਰ ਦਾ ਸ਼ਾਹ ਹੋਇਆ। ਸਤਿਗੁਰੂ ਕਹਿੰਦੇ ਦੁਨੀਆ ਦੇ ਸ਼ਾਹੂਕਾਰ ਹੁੰਦੇ ਨੇ, ਦੁਨੀਆ ਦੇ ਸ਼ਾਹ ਹੁੰਦੇ ਨੇ,
ਪੂੰਜੀ ਇਕੱਠੀ ਕਰਦੇ ਨੇ, ਜਦੋਂ ਤੱਕ ਜੀਵਨ ਬਤੀਤ ਕਰਦੇ ਨੇ ਲੋਕ ਸ਼ਾਹ ਜੀ ਕਹਿੰਦੇ ਨੇ। ਸੋਮਿਆ ਤੂੰ ਭਾਵੇਂ ਸਰੀਰ ਕਰਕੇ ਚਲਿਆ ਵੀ ਜਾਵੇਂ, ਤੇਰੀ ਆਉਣ ਵਾਲੀ ਪੀੜ੍ਹੀਆਂ ਨੂੰ ਗੁਰੂ ਕੇ ਸਿੱਖ ਸ਼ਾਹ ਜੀ ਕਿਹਾ ਕਰਨਗੇ। ਅੱਜ ਵੀ ਦਿੱਲੀ ਦੀ ਧਰਤੀ ਤੇ ਉਹਨਾਂ ਦੇ ਅੰਸ਼ਜ, ਉਹਨਾਂ ਦੀ ਅੰਸ਼ ਵੰਸ਼ ਰਹਿੰਦੀ ਹੈ ਤੇ ਸਾਰੇ ਉਹਨਾਂ ਨੂੰ ਸ਼ਾਹ ਜੀ ਕਹਿੰਦੇ। ਬੜੀ ਕਿਰਪਾ ਹੋਈ। ਗੁਰੂ ਰਾਮਦਾਸ ਜੀ ਨੇ ਕਿਹਾ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਇਸੇ ਹੀ ਸਿੱਖ ਦੀ ਅੰਸ਼ ਵੰਸ਼ ਭਾਈ ਮੇਹਰ ਸ਼ਾਹ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ, ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਮਾਤਾ ਸਾਹਿਬ ਦੇਵਾ ਜੀ ਦੇ ਬਚਨਾਂ ਦੇ ਨਾਲ ਖੰਡੇ ਦੀ ਪੋਲ ਦਿੱਤੀ ਤੇ ਭਾਈ ਮੇਹਰ ਸ਼ਾਹ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਬਖਸ਼ੰਦ ਫਰਜ਼ੰਦ ਗੁਰੂ ਕੇ, ਮਹਾਰਾਜ ਨੇ ਆਪਣਾ ਫਰਜ਼ੰਦ ਬਣਾਇਆ। ਮੇਰੇ ਕਹਿਣ ਤੋਂ ਭਾਵ ਖਾਲਸਾ ਜੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਆਪਣੇ ਦਰੋਂ ਘਰੋਂ ਕਿਣਕਾ ਮਾਤਰੀ ਨਾਮ ਦੀ ਦਾਤ ਝੋਲੀ ਵਿੱਚ ਪਾਉਣ, ਕਿਉਂਕਿ ਉਹ ਘਰ ਬੜਾ ਵੱਡਾ ਹੈ, ਉੱਥੇ ਰਹਿਮਤਾਂ ਬਖਸ਼ਿਸ਼ਾਂ ਬਹੁਤ ਮਿਲਦੀਆਂ। ਨਿਮਾਣੇ ਹੋ ਕੇ ਜਾਵਾਂਗੇ, ਉੱਚੇ ਹੋ ਕੇ ਆਵਾਂਗੇ, ਮਾਣ ਨਾਲ ਜਾਵਾਂਗੇ, ਤੇ ਜੇ ਕੁਝ ਪੱਲੇ ਵੀ ਹੋਇਆ ਤੇ ਖਾਲਸਾ ਜੀ ਉਹ ਪੱਲੇ ਰਹਿੰਦਾ ਨਹੀਂ। ਨਿਵੇਂ ਸੋ ਗੋਰਾ ਹੋਏ। ਇੱਕ ਮੇਰਾ ਨਿੱਜੀ ਅਨੁਭਵ ਹੈ, ਇੱਕ ਮਹਾਂਪੁਰਖ ਨੇ, ਮੈਂ ਕਈ ਵਾਰ ਮੰਜੀ ਸਾਹਿਬ ਦੀਵਾਨ ਨਾਲ ਵੀ ਇੱਕ ਵਾਰੀ ਬੇਨਤੀ ਕੀਤੀ, ਮਹਾਂਪੁਰਖ ਨੇ ਕਾਫੀ ਬਿਰਧ ਹੋ ਗਏ ਨੇ, ਊਨਾ ਸਾਹਿਬ ਵਾਲੇ ਬਾਬਾ ਅਵਤਾਰ ਸਿੰਘ ਕਹਿੰਦੇ ਹਰਿਮੰਦਰ ਸਾਹਿਬ ਬਹੁਤ ਸੇਵਾ ਕਰਿਆ ਕਰਦੇ ਸੀ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ। ਸੇਵਾ ਕਰਦੇ ਕਰਦੇ ਐਸਾ ਵੈਰਾਗ, ਐਸੀ ਤੜਪ ਜਾਗੀ ਵੀ ਉਹਨਾਂ ਨੇ ਆਪਣਾ ਸਾਰਾ ਡੇਰਾ, ਡੇਰੇ ਦੀ ਗੱਡੀਆਂ, ਡੇਰੇ ਦੀ ਜ਼ਮੀਨ ਜਾਇਦਾਦ ਸਾਰੀ ਗੁਰੂ ਕੇ ਕੀਰਤਨੀਏ ਦੇ ਨਾਮ ਕਰਕੇ ਆਪ ਹਰਿਮੰਦਰ ਸਾਹਿਬ ਪਰਿਕਰਮਾ ਦੇ ਵਿੱਚ ਰਾਤਾਂ ਬਤੀਤ ਕਰਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਵਕਤ ਭਾਵੇਂ ਸੰਗਤ ਨੇ ਉਹਨਾਂ ਨੂੰ ਇੱਕ ਕਮਰਾ ਵੀ ਬਾਅਦ ਵਿੱਚ ਕਿਰਾਏ ਤੇ ਲੈ ਕੇ ਦਿੱਤਾ, ਜਿੱਥੇ ਰਹਿ ਕੇ ਸੇਵਾ ਕਰਦੇ, ਨਾਲ ਕੋਈ ਸੇਵਾਦਾਰ ਨਹੀਂ, ਕੋਈ ਕੁਝ ਨਹੀਂ, ਸਾਦਾ ਜਿਹਾ ਲਿਬਾਸ, ਤੇ ਕਈ ਵਾਰ ਪਰਿਕਰਮਾ 'ਚ ਅੰਮ੍ਰਿਤ ਵੇਲੇ ਉਹਨਾਂ ਦੇ ਦਰਸ਼ਨ ਹੋਇਆ ਕਰਦੇ ਸਨ। ਇੱਕ ਦਿਨ ਮੈਂ ਨਾਲ ਇੱਕ ਹੋਰ ਸੱਜਣ, ਸੁਭਾਵਕ ਹੀ ਜਲ ਦੀ ਸੇਵਾ, ਇਸ਼ਨਾਨ ਦੀ ਸੇਵਾ ਜਿਹੜੀ ਅੰਮ੍ਰਿਤ ਵੇਲੇ ਹੁੰਦੀ ਹੈ ਨਾ, ਮਹਾਂਪੁਰਸ਼ ਸੇਵਾ ਕਰ ਰਹੇ ਸੀ ਤੇ ਅਸੀਂ ਜਾ ਕੇ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਤੁਹਾਡੀ ਕਮਾਈ ਬੜੀ ਹੈ, ਬੜੀ ਬਖਸ਼ਿਸ਼ ਹੈ ਤੁਹਾਡੇ ਤੇ, ਵੀ ਲੋਕ ਤੇ ਇੱਥੇ ਸਾਰੀ ਉਮਰ ਲਾਉਂਦੇ, ਡੇਰਾ ਬਣਾਉਂਦੇ, ਮੁੜ ਕੇ ਡੇਰੇ ਦੀ ਗੱਦੀਆਂ ਪਿੱਛੇ ਲੜ ਕੇ ਮਰ ਜਾਂਦੇ ਨੇ, ਗੱਦੀਆਂ ਪਿੱਛੇ ਇੰਨਾ ਕੁਝ ਹੋ ਜਾਂਦਾ, ਪਰ ਆਪ ਜੀ ਆਪਣੇ ਡੇਰੇ ਦਾ, ਸੇਵਾਦਾਰਾਂ ਦਾ, ਗੱਡੀਆਂ ਦਾ ਮੋਹ ਛੱਡ ਕੇ ਤੇ ਫਿਰ ਗੁਰੂ ਰਾਮਦਾਸ ਦੀ ਸੇਵਾ ਕਰ ਰਹੇ ਹੋ। ਤੁਸੀਂ ਤੇ ਪੂਰਨ ਮਹਾਂਪੁਰਸ਼ੀ ਹੋ। ਤੇ ਬੜੇ ਵੈਰਾਗ ਦੇ ਵਿੱਚ ਕਹਿਣ ਲੱਗੇ, ਭਾਈ ਸਿੱਖਾ ਗੱਲ ਇੱਦਾਂ ਹੈ, ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ, ਸਿੱਖ ਸਾਖਾ ਬਹੁਤੇ ਕੀਓ ਕੇਸੋ ਕੀਓ ਨਾ ਮੀਤ। ਕਹਿੰਦੇ ਮੈਂ ਤੁਰਿਆ ਸਾਂ ਗੁਰੂ ਰਾਮਦਾਸ ਨੂੰ ਲੱਭਣ, ਕਹਿੰਦੇ ਘਰ ਦੇ 4 ਜੀ ਛੱਡੇ ਤੇ ਡੇਰਾ ਪਾ ਕੇ 40 ਚੇਲੇ ਬਣਾ ਲਏ ਸਨ, ਵਿੱਚੇ ਅਟਕ ਕੇ ਰਹਿ ਗਿਆ ਸਾਂ, ਪਾਪਾਂ ਦਾ ਭਾਗੀ ਹੋ ਗਿਆ ਸਾਂ, ਪਾਪਾਂ ਦੀ ਮੈਲ ਬੜੀ ਭਰ ਗਈ ਸੀ। ਮੈਂ ਕੋਈ ਮਹਾਂਪੁਰਖ ਨਹੀਂ, ਕੋਈ ਬਹੁਤਾ ਕਰਮਾਂ ਵਾਲਾ ਨਹੀਂ, ਕੇਵਲ ਤੇ ਕੇਵਲ ਪਾਪਾਂ ਦੀ ਮੈਲ ਬੜੀ ਭਰੀ ਹੋਈ ਹੈ। ਮੈਂ ਗੁਰੂ ਰਾਮਦਾਸ ਦੇ ਘਰ ਵਿੱਚ ਸੇਵਾ ਕਰਕੇ ਪਾਪਾਂ ਦੀ ਮੈਲ ਧੋਣ ਦਾ ਯਤਨ ਕਰ ਰਿਹਾ। ਉਸ ਦਿਨ ਮੈਨੂੰ ਬੜਾ ਹੋਇਆ ਵੀ ਵੇਖੋ, ਕੋਈ ਇੱਕ ਦਿਨ ਸੇਵਾ ਕਰੇ, 2 ਦਿਨ ਸੇਵਾ ਕਰੇ, ਕੋਈ ਪ੍ਰਚਾਰ ਕਰੇ, ਮਨ ਵਿੱਚ ਨਾ ਬੜਾ ਆਉਂਦਾ ਵੀ ਮੈਂ ਗੁਰੂ ਰਾਮਦਾਸ ਦੇ ਘਰ ਵਿੱਚ ਜਾਵਾਂ, ਪੂਰਾ ਮੈਨੂੰ VIP ਕਲਚਰ ਮਿਲੇ। ਪਰ ਇੱਥੇ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕੈਸੀਆਂ ਨੂਰਾਨੀ ਕਮਾਈ ਵਾਲੀਆਂ, ਇਬਾਦਤ ਵਾਲੀਆਂ ਰੂਹਾਂ ਬੰਦਗੀ ਕਰਕੇ, ਭਜਨ ਕਰਕੇ ਆਪਣਾ ਜੀਵਨ ਸਵਾਰਦੀਆਂ। ਪਾਤਸ਼ਾਹ ਕਿਰਪਾ ਕਰਨ, ਜੋ ਆਪਾਂ ਸੁਣਿਆ, ਜੋ ਸੁਣਾਇਆ, ਅਰਦਾਸ ਕਰੀਏ ਆਪਾਂ ਸਾਰੀ ਕਮਾ ਸਕੀਏ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਨੇ, ਆਪ ਜੀ ਨੇ ਬਖਸ਼ ਦੇਣਾ। ਕਿਉਂਕਿ ਬੜੀ ਸਤਿਕਾਰਯੋਗ ਮੇਰੀ ਭੈਣ ਦਲੇਰ ਕੌਰ ਖਾਲਸਾ ਜੀ ਦਾ ਢਾਡੀ ਜਥਾ, ਉਹ ਵੀ ਆਪ ਸਭ ਸੰਗਤ ਦੀ ਹਜ਼ੂਰੀ ਵਿੱਚ ਪਹੁੰਚ ਚੁੱਕਿਆ। ਉਹਨਾਂ ਨੇ ਢਾਡੀ ਵਾਰਾਂ ਦੇ ਨਾਲ ਆਪ ਸਭ ਸੰਗਤਾਂ ਨੂੰ ਨਿਹਾਲ ਕਰਨਾ। ਆਓ ਇੱਕ ਵਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਕੇ ਆਪਾਂ ਫਤਿਹ ਦੀ ਸਾਂਝ ਪਾਈਏ। ਔਰ ਗੁਰੂ ਰਾਮਦਾਸ ਸੇਵਕ ਜਥਾ ਨੀਲੋ ਖੇੜੀ ਦੇ ਨੌਜਵਾਨ ਵੀਰ ਜਿਨ੍ਹਾਂ ਨੇ ਸਾਰਾ ਉਪਰਾਲਾ ਕੀਤੇ, ਆਪ ਸਭ ਸੰਗਤਾਂ ਨੂੰ ਜੋੜਿਆ। ਕਿਉਂਕਿ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਵੀ ਚੰਗੀ ਕਿਸਮਤ ਦੀ ਨਿਸ਼ਾਨੀ, ਚੰਗੇ ਭਾਗਾਂ ਦੀ ਨਿਸ਼ਾਨੀ ਕੀ ਹੈ? ਭਾਈ ਨੰਦ ਲਾਲ ਸਾਹਿਬ ਕਹਿੰਦੇ
चंगे भागां दी निशानी हुंदी है। आ हजूमे खुश के बहरे जिंदगीस्त, आ हजूमे खुश के बहरे बंदगीस्त, आ हजूमे खुश के बहरे याद ओस्त, आ हजूमे खुश के हक बुनियाद ओस्त। कहंदे उस दिन अपने भाग सब तो चंगे जाणियो जिस दिन उस हजूम विच जुड़ोगे, उस संगत दे इकट्ठ विच जुड़ोगे, जिस संगत दे इकट्ठ विच जुड़िया तुहानू गुरु चेते आउण लग पवे। सो अज सारियां ते गुरु रामदास जी की किरपा वरत रही है। और नितनेम चैनल वाले भाई जसपाल सिंह जी जिहड़े उचेचे तौर पर पहुँच के ये सारा समागम का सीधा प्रसारण देशां विदेशों च कर रहे हैं। आओ एक बार गुरु रामदास जी नूं चेते करके खिमा दे जाचक होइए, सारे ही प्रेम च भिज के उच्ची उच्ची पुकारियो ते सारियां दी झोलियां गुरु रामदास जी जरूर भरनगे। बैठा सोडी पातशाह, बैठा सोडी पातशाह, बैठा बैठा सोडी पातशाह, बैठा सोडी पातशाह, बैठा रामदास सतगुरु कहावै, रामदास सतगुरु कहावै, रामदास रामदास सतगुरु कहावै, रामदास सतगुरु कहावै। बैठा सोडी पातशाह, बैठा सोडी पातशाह, धन श्री गुरु रामदास जी, धन श्री गुरु रामदास जी। धन श्री गुरु रामदास जी, धन श्री गुरु रामदास जी, धन श्री गुरु, धन श्री गुरु रामदास जी। वाहिगुरु जी का खालसा, वाहिगुरु जी की फतेह।